ਮਾਰਕਸਵਾਦ ਹੈ ਜਿਹੜਾ ਮੈਨੂੰ ਲੱਗਦਾ ਉਹ ਇੱਕ ਵਧੀਆ ਸਿੱਖਣ ਦਾ ਇੱਕ ਜ਼ਰੀਆ ਹੋ ਸਕਦਾ, ਪਰ ਮੇਰੇ ਮੁਤਾਬਕ ਹਰੇਕ ਕਿਤੇ ਇਨ ਬਿਨ ਕੀਤਾ ਜਾ ਸਕਦਾ। ਭਗਤ ਰਵਿਦਾਸ, ਭਗਤ ਕਬੀਰ, ਹਨਾ, ਉਹ ਮੈਨੂੰ ਲੱਗਦਾ ਸਾਨੂੰ ਪਹਿਲ ਦੇ ਆਧਾਰ ਤੇ ਦੇਖਣੇ ਪੈਣਗੇ। ਮਾਰਕਸਵਾਦ ਉਹਨਾਂ ਦੇ ਰਸਤੇ ਵਿੱਚੋਂ ਤਾਂ ਆ ਸਕਦਾ, ਪਰ ਨਿਰੋਲ ਚਿੱਤਰ ਬਣਾਉਣਾ ਵੀ ਭਾਰਤੀ ਕਾਨੂੰਨਾਂ ਦੇ ਅਗੇਂਸਟ ਹੋ ਸਕਦਾ। ਇਹ ਮਤਲਬ ਇਸ ਦੌਰ ਦੀ ਸੱਚਾਈ ਹੈ। ਉਹ ਕਹਿੰਦਾ ਨਾ, ਆ ਮੋਦੀ ਮਾਦੀ ਤਾਂ ਕੁਛ ਨਹੀਂ, ਆ ਪਹਿਲਾ ਇੱਕ ਰਸਮੀ ਦਾ ਸਵਾਲ ਵੀ ਤੁਸੀਂ ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸੋ। ਮੈਂ ਬਠਿੰਡੇ ਜੰਮਿਆ, ਬਠਿੰਡੇ ਹੀ ਵੱਡਾ ਹੋਇਆ। ਪਰਿਵਾਰਕ ਪਿਛੋਕੜ ਦੀ ਤੇ ਮੇਰੀ ਇਹ ਗੱਲ ਹੈ ਵੀ ਸਾਡੇ ਘਰੇ ਮਾਝਾ, ਮਾਲਵਾ ਤੇ ਦੁਆਬਾ ਤਿੰਨੇ ਹੈ। ਕੀ ਬਾਤ ਹੈ। ਮਾਤਾ ਮੇਰੀ ਉਹ ਅੰਮ੍ਰਿਤਸਰ ਤੋਂ, ਉਹਨਾਂ ਦਾ ਜਨਮ ਵਾਘੇ ਦਾ, ਤੇ ਮੇਰੇ ਨਾਨਾ ਜੀ ਉਹ ਪ੍ਰਿੰਸੀਪਲ ਹੁੰਦੇ ਸੀ ਉਹ ਅੰਗਰੇਜ਼ਾਂ ਦੇ ਟਾਈਮ ਤੇ ਵਾਘੇ ਤੋਂ ਬਾਅਦ ਫਿਰ ਉਹ ਬਟਾਲੇ ਸ਼ਿਫਟ ਹੋਏ ਤੇ ਉੱਥੋਂ ਬਟਾਲੇ ਤੋਂ ਫਿਰ ਆਖਰੀ ਟਾਈਮ ਤੇ ਉਹ ਲੁਧਿਆਣੇ ਆ ਗਏ ਸੀ। ਤਾਂ ਮਾਤਾ ਕੰਨਿਓ ਮੈਂ ਮਾਝੇ ਵੱਲ ਦਾ ਤੇ ਬਾਪੂ ਮੇਰੇ ਜਲੰਧਰ ਦੇ ਆ, ਤੇ ਜਲੰਧਰ ਦੇ ਨਾਲ ਹੀ ਸੰਸਾਰਪੁਰ ਪਿੰਡ ਹੈ, ਹਾਕੀ ਵਿਲੇਜ ਹੈ। ਉੱਥੋਂ ਦੀ ਉਸ ਪਿੰਡ ਦੀ ਹਾਕੀ ਦੀ ਟੀਮ ਸੀ ਜਿਹੜੀ ਕਹਿੰਦੀ ਸੀ ਵੀ ਸਾਨੂੰ ਪਿੰਡ ਦੀ ਟੀਮ ਨੂੰ ਦੁਨੀਆ ਦੀ ਕਿਸੇ ਵੀ ਹਾਕੀ ਦੀ ਟੀਮ ਨਾਲ ਮੈਚ ਕਰਾ ਦਿਓ, ਅਸੀਂ ਹਾਰਦੇ ਨਹੀਂ। ਕਿਉਂਕਿ ਇੱਕੋ ਹੀ ਟਾਈਮ ਤੇ ਉਸ ਪਿੰਡ ਦੇ 6 ਖਿਡਾਰੀ 올림픽ਸ 'ਚ ਖੇਡ ਚੁੱਕੇ ਸੀਗੇ ਪਿੰਡ ਦੇ, ਇੱਕ ਪਿੰਡ ਦੇ। ਤਾਂ ਜੇ ਬਾਪੂ ਦਾ ਮੇਰੇ ਦਾ ਜਨਮ ਸੰਸਾਰਪੁਰ ਦਾ ਤੇ ਦੁਆਬਾ ਹੋ ਗਿਆ, ਤੇ ਮੈਂ ਕਿਉਂਕਿ ਮਾਲਵੇ 'ਚ ਸੈਟਲ, ਮੇਰੇ ਬਾਪੂ ਹੁਣੀ ਮਾਲਵੇ 'ਚ ਹੋਏ ਤੇ ਮਾਲਵੇ 'ਚ ਮੈਂ ਜੰਮਿਆ ਪਲਿਆ। ਫਿਰ ਮਾਲਵੇ ਦੇ ਪਿੰਡਾਂ 'ਚ ਮਿੱਤਰ ਸੀ ਸਾਰੇ, ਉੱਥੇ ਖੇਡਦਾ ਵੱਡਾ ਹੋਇਆ ਲਾ ਲਓ, ਤੇ ਆਪ ਪੂਰਾ ਮਲਵਈ ਹੈ ਮੈਂ। ਤਾਂ ਏਦਾਂ ਰਿਹਾ। ਬਾਪੂ ਮੇਰੇ ਮਕੈਨਿਕ ਸੀ, ਹੱਥ ਦੀ 10-9 ਦੀ ਕਿਰਤ ਕਰਕੇ ਖਾਣ ਵਾਲੇ ਬੰਦੇ ਸੀ, ਤੇ ਬਾਅਦ 'ਚ ਉਹਨਾਂ ਨੇ ਉਸ ਤੋਂ ਬਾਅਦ ਮਿਲਕ ਪਲਾਂਟ 'ਚ ਨੌਕਰੀ ਕੀਤੀ, ਟ੍ਰੇਡ ਯੂਨੀਅਨਾਂ 'ਚ ਐਕਟਿਵ ਰਹੇ ਤੇ ਕਾਫੀ ਦਲੇਰ ਸ਼ਖਸੀਅਤ ਰਹੇ। ਡਰਦੇ ਭੋਰਾ ਹੀ ਨਹੀਂ ਸੀ ਡਰ ਨਾਮ ਦੀ ਚੀਜ਼। ਉਹ ਜਿੰਨੇ ਯੂਨੀਅਨਿਸਟ ਸੀਗੇ, ਮਾਤਾ ਉਨੇ ਹੀ ਧਾਰਮਿਕ ਖਿਆਲਾਂ ਦੇ ਸੀ, ਪਰ ਉਹ ਗੁਰਬਾਣੀ ਨੂੰ ਸਮਝਦੇ ਸੀਗੇ। ਕੱਲਾ ਉਹਨੂੰ 3 ਟਾਈਮ ਪਾਠ ਨਹੀਂ ਸੀ ਕਰਦੇ, ਉਹਨਾਂ ਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਚੋਂ ਕਿਤੋਂ ਵੀ ਕੋਈ ਵੀ ਸ਼ਲੋਕ ਪੁੱਛ ਲੈਂਦੇ ਤਾਂ ਉਹ ਦੱਸ ਦਿੰਦੇ ਸੀ ਬਹੁਤ ਆਸਾਨੀ ਨਾਲ। 4 ਅਸੀਂ ਭੈਣ ਭਰਾ ਆ। ਵੱਡੀ ਭੈਣ ਮੇਰੇ ਇੱਥੇ ਹੀ ਇਸੇ ਗੁਰੂ ਨਾਨਕ ਕਾਲਜ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਰਹੇ ਆ, ਡਾਕਟਰ ਤਰਸ਼ਿੰਦਰ ਕੌਰ। ਉਹਨਾਂ ਨੂੰ ਮੇਰੇ ਨਾਲ ਜਦੋਂ ਖੜਾ ਕੇ ਦੇਖਦੇ, ਕਈਆਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਦੇ ਸਿਰ ਤੇ ਕੇਸ ਕੀ ਕੀਤੀ ਹੋਈ ਹੈ ਤੇ ਗਾਤਰਾ ਪਾਇਆ ਹੋਇਆ, ਤੇ ਮੈਂ ਮਨਮੁਖ ਉਹ ਗੁਰਮੁਖ। ਤੇ ਜੀਜਾ ਜੀ ਸਾਡੇ ਇੱਥੇ ਹੈ, ਪਰਮਿੰਦਰ ਸਿੰਘ ਜੀ ਮੋਗੇ ਤੋਂ ਹੀ ਤੁਹਾਡੇ, ਤੇ ਉਹਨਾਂ ਦਾ ਪ੍ਰਭਾਵ ਮੇਰੇ ਤੇ, ਮੇਰਾ ਖਿਆਲ ਮਾਤਾ ਪਿਤਾ ਦਾ ਤਾਂ ਹੈਗਾ ਹੀ ਆ, ਵੱਡੀ ਭੈਣ ਦਾ ਸਭ ਤੋਂ ਵੱਧ ਪ੍ਰਭਾਵ ਹੈ। ਉਹਨਾਂ ਨੇ ਮਤਲਬ ਸਾਡੇ ਘਰ 'ਚ ਸਭ ਤੋਂ ਪਹਿਲੀ ਪੜ੍ਹੀ ਲਿਖੀ ਔਰਤ ਜਿਹੜੀ, ਉਹ ਮੇਰੀ ਵੱਡੀ ਭੈਣ ਹੀ ਸੀ, ਡਾਕਟਰੇਟ ਕੀਤੀ ਉਹਨਾਂ ਨੇ। ਉਹ ਸਾਡਾ ਉਮਰ ਦਾ ਵੀ ਗੈਪ ਸੀ, ਉਹ 9 ਸਾਲ ਵੱਡੇ ਸੀ ਮੇਰੇ ਤੋਂ, ਹੈਗੇ ਆ ਮਤਲਬ 9 ਸਾਲ ਵੱਡੇ ਆ। ਤੇ ਉਹ MA ਕਰ ਰਹੇ ਸੀ, ਮੈਂ 7ਵੀਂ 'ਚ ਸੀਗਾ ਸ਼ਾਇਦ, ਤੇ ਉਹ ਪਾਸ਼ ਨੂੰ ਵੀ ਪੜ੍ਹਦੇ ਸੀ ਤੇ ਦੂਜਾ ਸਾਰੇ ਤਰ੍ਹਾਂ ਦੀ ਕਿਤਾਬ, ਤੇ ਮੈਂ ਉਹਨਾਂ ਦੀਆਂ ਕਿਤਾਬਾਂ ਹੀ ਪੜ੍ਹਦਾ ਸੀ। ਜਦੋਂ ਮੈਂ 7ਵੀਂ 'ਚ ਸੀ ਉਦੋਂ ਮੈਂ MA ਦੀਆਂ ਪੰਜਾਬੀ ਦੀਆਂ ਕਿਤਾਬਾਂ ਉਹਨਾਂ ਵਾਲੀਆਂ ਪੜ੍ਹਨ ਦਾ ਸ਼ੌਕੀਨ ਸੀ, 7ਵੀਂ 8ਵੀਂ 'ਚ। ਤਾਂ ਉਹਨਾਂ ਤੋਂ ਪ੍ਰਭਾਵ ਪਿਆ। ਉਹਨਾਂ ਤੋਂ ਛੋਟੇ ਸਿਸਟਰ ਹੈ, ਉਹ ਵੀ ਭੈਣ ਹੈ ਜਿਹੜੀ ਮੇਰੀ, ਉਹ ਗਿੱਧੇ ਦੀ ਕੈਪਟਨ ਰਹੀ ਹੈ ਜਾਂ ਭਾਸ਼ਣ ਮੁਕਾਬਲੇ ਜਾਂ ਹੋਰ ਕਾਲਜਾਂ ਦੇ ਵਿੱਚ। ਬ੍ਰਦਰ ਵੱਡਾ ਉਹ ਬੜਾ ਸਹਿਯੋਗੀ ਰਿਹਾ। ਇਹ ਇੰਨੀ ਕੁ ਸਾਡੀ ਪਰਿਵਾਰ ਦੀ ਕਹਾਣੀ ਹੈ ਜੀ। ਮਤਲਬ ਵੀ ਇੱਕ ਪਰਿਵਾਰ ਤੋਂ ਸਿੱਖੀ ਕਿ ਮਾਰਕਸਵਾਦ ਇਕੱਠੇ ਚੱਲੇ। ਬਿਲਕੁਲ ਜੀ, ਬਿਲਕੁਲ। ਉਹਦੇ ਬਾਰੇ ਵੀ ਆਪਾਂ ਵਿਸਥਾਰ 'ਚ ਕਰ ਲਾਂਗੇ ਗੱਲ। ਜਿਹੜੀ ਮਾਰਕਸਵਾਦ ਹੈ ਜਿਹੜਾ ਮੈਨੂੰ ਲੱਗਦਾ ਉਹ ਇੱਕ ਵਧੀਆ ਸਿੱਖਣ ਦਾ ਇੱਕ ਜ਼ਰੀਆ ਹੋ ਸਕਦਾ, ਪਰ ਮੇਰੇ ਮੁਤਾਬਕ ਹਰੇਕ ਕਿਤੇ ਇਨ ਬਿਨ ਲਾਗੂ ਨਹੀਂ ਕੀਤਾ ਜਾ ਸਕਦਾ ਜੀ।
ਉਹ ਹਰੇਕ ਸਮੇਂ ਤੇ ਸਥਾਨ ਤੇ ਉਹਨੂੰ ਕਿਉਂਕਿ ਸਮਾਜਿਕ ਹਾਲਾਤ ਜ਼ਰੂਰੀ ਨਹੀਂ ਕਿ ਜਿਹੜੇ ਜਰਮਨੀ 'ਚ ਸੀ ਤੇ ਜਿਹੜੇ ਰਸ਼ੀਆ 'ਚ ਸੀ ਉਹੀ ਭਾਰਤ 'ਚ ਹੋਣਗੇ, ਤਾਂ ਇੱਥੇ ਸਾਨੂੰ ਸਾਡੇ ਜਿਹੜੇ ਆਈਡਲਸ ਉਹ ਵੀ ਦੇਖਣੇ ਪੈਣਗੇ। ਸਾਨੂੰ ਗੁਰੂ ਨਾਨਕ ਦੇਵ ਜੀ, ਉਹਨਾਂ ਦੀ ਬਾਣੀ, ਭਗਤ ਰਵਿਦਾਸ, ਭਗਤ ਕਬੀਰ, ਹਨਾ, ਉਹ ਮੈਨੂੰ ਲੱਗਦਾ ਸਾਨੂੰ ਪਹਿਲ ਦੇ ਆਧਾਰ ਤੇ ਦੇਖਣੇ ਪੈਣਗੇ। ਮਾਰਕਸਵਾਦ ਉਹਨਾਂ ਦੇ ਰਸਤੇ ਵਿੱਚੋਂ ਤਾਂ ਆ ਸਕਦਾ, ਪਰ ਨਿਰੋਲ ਨਹੀਂ ਮੈਨੂੰ ਲੱਗਦਾ ਲਾਗੂ ਹੋ ਸਕਦਾ। ਜੀ, ਅਗਲਾ ਸਵਾਲ ਆ ਵੀ ਚਿੱਤਰਕਾਰੀ ਚ ਆਉਣ ਵਾਸਤੇ ਮਾਪਿਆਂ ਤੇ ਅਧਿਆਪਕਾਂ ਦਾ ਕਿੰਨਾ ਕੁ ਸਹਿਯੋਗ ਰਿਹਾ? ਕਿਉਂਕਿ ਜਿਹੜੇ ਟਾਈਮਾਂ ਦੀ ਸਾਡੀ ਸਕੂਲ ਦਾ ਮੈਨੂੰ ਪਤਾ ਵੀ ਜਿਹੜੇ ਬੱਚਾ ਕੋਈ ਖਿਡਾਰੀ ਹੁੰਦਾ ਸੀ, ਟੀਚਰ ਉਹਨੂੰ ਪ੍ਰਸਤਾਨ ਕਰਨ ਦੀ ਮੁਕਾਬਲੇ ਉਹਨੂੰ ਟਾਰਗੇਟ ਕੀਤਾ ਜਾਂਦਾ ਸੀਗਾ, ਕਲਾਸ 'ਚ ਆ ਜਾ ਤੈਨੂੰ ਬਣਾਉਣੇ ਆ ਹਾਕੀ ਦਾ ਖਿਡਾਰੀ ਪ੍ਰਗਟ ਸਿੰਘ ਤੇ ਉਹ ਦੋਨਾਂ ਪਾਸਿਆਂ 'ਚ ਹੀ ਰਹਿ ਜਾਂਦਾ ਸੀਗਾ। ਤੁਹਾਡੇ ਨਾਲ ਕੋਈ ਇਹੋ ਜਿਹਾ ਹੋਇਆ? ਨਹੀਂ, ਮੈਨੂੰ ਤਾਂ ਹਮੇਸ਼ਾ ਬਹੁਤ ਵਧੀਆ ਲੋਕ ਹੀ ਮਿਲੇ ਆ ਜ਼ਿੰਦਗੀ 'ਚ। ਅਧਿਆਪਕ ਵੀ ਵਧੀਆ ਹੀ ਮਿਲੇ ਆ। ਸਰਕਾਰੀ ਸਕੂਲ 'ਚ ਮੈਂ ਜਮਾਂ ਪੜ੍ਹਿਆ ਤੇ ਉੱਥੇ ਬਲਕਿ ਮੈਨੂੰ ਤਾਂ ਹਰੇਕ ਮੁਕਾਬਲੇ, ਸਾਇੰਸ ਵਾਲੇ ਮੁਕਾਬਲੇ 'ਚ ਵੀ ਭੇਜ ਦਿੰਦੇ ਸੀ, ਭਾਸ਼ਣ ਕਿਤੇ ਬੋਲਣਾ, ਜਿੱਥੇ ਕਵਿਤਾ ਪੜ੍ਹਨੀ ਹੈ ਜਾਂ ਸਾਇੰਸ ਦਾ ਜੋ ਵੀ ਮੁਕਾਬਲੇ ਹੁੰਦੇ ਸੀ ਉੱਥੇ, ਤੇ ਚਿੱਤਰਕਾਰੀ ਦੇ ਵਿੱਚ ਵੀ ਖਾਸ ਤੌਰ ਤੇ ਅਧਿਆਪਕਾਂ ਦਾ ਵੀ ਯੋਗਦਾਨ ਰਿਹਾ। ਮਾਪਿਆਂ ਦਾ ਮੈਂ ਤੁਹਾਨੂੰ ਦੱਸਿਆ ਕਿ ਜੇ ਮੈਂ ਕਵਿਤਾ ਪੜ੍ਹਦਾ ਸੀ ਬਟਾਲਵੀ ਦੀ, ਤਾਂ ਮੇਰੇ ਮਾਤਾ ਸ਼ਿਵ ਬਟਾਲਵੀ ਨੂੰ ਬਹੁਤ ਪਸੰਦ ਕਰਦੇ ਸੀ, ਤਾਂ ਉਹਦੇ ਵਿੱਚ ਬਹੁਤ ਸਾਰੇ ਸ਼ਬਦ ਆਉਂਦੇ ਤਾਂ ਉਹ ਦੱਸਦੇ, ਤੇ ਪਾਸ਼ ਨੂੰ ਜਦੋਂ ਪੜ੍ਹਦਾ ਤਾਂ ਉਹਦੇ ਵਿੱਚੋਂ ਕਈ ਦੁਆਬੇ ਵਾਲੇ ਸ਼ਬਦ ਸੀ, ਉਹ ਡੈਡੀ ਵੀ ਦੱਸ ਦਿੰਦੇ ਸੀ। ਤਾਂ ਕਾਫੀ ਘਰੋਂ ਸਹਿਯੋਗ ਹੀ ਰਿਹਾ, ਕਿਤਾਬਾਂ ਵਾਲਾ ਮਾਹੌਲ ਮਿਲ ਗਿਆ ਸੀ ਘਰ ਸਾਨੂੰ। ਜੀ, ਤੁਸੀਂ ਕਦੋਂ ਮਹਿਸੂਸ ਕੀਤਾ ਕਿ ਵੀ ਚਿੱਤਰਕਾਰੀ ਖੇਤਰ ਨੂੰ ਹੀ ਅਪਣਾਉਣਾ ਹੈ? ਮੈਂ ਅਸਲ 'ਚ ਇੱਦਾਂ ਕਦੇ ਸੋਚ ਕੇ ਨਹੀਂ ਸੀ ਕੀਤਾ। ਸ਼ੁਰੂ ਤੋਂ ਹੀ ਮੇਰੇ, ਜਦੋਂ ਮੈਂ ਬਿਲਕੁਲ ਛੋਟਾ ਸੀ, ਮੇਰੇ ਮਾਤਾ ਦੱਸਦੇ ਸੀ ਜਾਂ ਵੱਡੀਆਂ ਭੈਣਾਂ ਹੋਣੀ ਕਿ ਮੈਂ ਉਦੋਂ ਲਿਖਣਾ ਨਹੀਂ ਸੀ ਹਜੇ ਸ਼ੁਰੂ ਕੀਤਾ, ਪਰ ਮੈਂ ਮੂਰਤਾਂ ਬਣਾਉਣ ਲੱਗ ਗਿਆ ਸੀ। ਸ਼ਾਇਦ ਮੈਨੂੰ ਲੱਗਦਾ ਕਿ ਸਾਰੇ ਬੱਚੇ ਹੀ ਇਸ ਤਰ੍ਹਾਂ ਹੁੰਦੇ ਆ। ਮੈਂ ਇਹਦੇ 'ਚ ਛੋਟੀ ਜਿਹੀ ਗੱਲ ਐਡ ਕਰਦਾ ਕਿ ਹਰੇਕ ਜਿਹੜਾ ਬੱਚਾ ਜਨਮ ਲੈਂਦਾ ਉਹ ਜੰਮਦੇ ਹੀ, ਮਤਲਬ ਜੰਮਦਾ ਥੋੜੀ ਸੁਰਤ ਸੰਭਾਲਦਾ, ਉਹ ਵਿਜ਼ੂਅਲ ਦੇਖਦਾ, ਉਹ ਭਾਸ਼ਾ ਨੂੰ ਬਾਅਦ 'ਚ ਸਮਝਣ ਲੱਗਦਾ, ਉਹ ਦ੍ਰਿਸ਼ਾਂ ਨੂੰ ਪਹਿਲਾਂ ਸਮਝਣ ਲੱਗਦਾ, ਤੇ ਉਹ ਦ੍ਰਿਸ਼ਾਂ ਨੂੰ ਫਿਰ ਐਕਸਪ੍ਰੈਸ ਵੀ ਕਰਨ ਦੀ ਕੋਸ਼ਿਸ਼ ਕਰਦਾ। ਉਹਨੂੰ ਜਦੋਂ ਕੋਈ ਵੀ ਚੀਜ਼ ਮਿਲ ਜਾਂਦੀ ਹੈ ਨਾ ਜਿਹੜੀ ਆਪਣਾ ਇੰਪ੍ਰੈਸ਼ਨ ਛੱਡ ਸਕਦੀ ਹੈ ਚੀਜ਼, ਜਿਵੇਂ ਕੋਈ ਪੈਨਸਲ ਹੈ, ਕਰਿਓਨ ਹੈ, ਕੁਝ ਵੀ ਕੋਲ ਹੈ, ਉਹਨੂੰ ਫੜ ਕੇ ਜਿਹੜੀ ਉਹਦੇ ਦਿਮਾਗ 'ਚ ਵਿਜ਼ੂਅਲ ਆਏ ਹੁੰਦੇ ਉਹਨਾਂ ਨੂੰ ਕੰਧਾਂ ਤੇ ਬਣਾਉਣ ਦੀ ਕੋਸ਼ਿਸ਼ ਕਰਦਾ, ਤੇ ਉੱਤੇ ਪੈ ਜਾਂਦਾ ਚਾਂਟਾ ਕਿ ਕੰਧਾਂ ਖਰਾਬ ਕਰਤੀਆਂ। ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਕਿ ਜਿਹੜੀ ਪਲੇਨ ਕੰਧ ਵਧੀਆ ਹੁੰਦੀ ਹੈ ਬਜਾਏ ਕਿ ਬੱਚੇ ਦੇ ਜਿਹੜੀਆਂ ਮੂਰਤਾਂ ਵਾਈ ਹੋਈ ਕੰਧ ਵਧੀਆ ਹੁੰਦੀ ਹੈ, ਇਹ ਕੌਣ ਡਿਸਾਈਡ ਕਰੂਗਾ? ਇਹ ਤਾਂ ਅਸੀਂ ਆਪਣਾ ਡਿਸੀਜਨ ਜੱਜਮੈਂਟ ਦੇ ਤੌਰ ਤੇ ਥੋਪਤਾ ਕਿ ਇਹ ਸਾਫ਼-ਸਾਫ਼ ਕੰਧ ਸੋਹਣੀ ਲੱਗਦੀ ਸੀ, ਇਹਨੇ ਖਰਾਬ ਕਰਤੀ। ਮੈਨੂੰ ਲੱਗਦਾ ਵੀ ਉਹਦੀ ਜਿਹਨੂੰ ਤੁਸੀਂ ਖਰਾਬ ਕੀਤੀ ਹੋਈ ਕੰਧ ਕਹਿ ਰਹੇ ਹੋ ਉਹ ਸੋਹਣੀ ਹੁੰਦੀ ਹੈ, ਤੇ ਮੈਨੂੰ ਸ਼ਾਇਦ ਰੋਕਿਆ ਨਹੀਂ ਕਿਸੇ ਨੇ। ਇਹ ਸੱਜਾ ਕੰਮ ਰਿਹਾ ਕਿ ਮੈਨੂੰ ਰੋਕਿਆ ਨਹੀਂ। ਇਹੋ ਜਿਹੀਆਂ ਕੰਧਾਂ ਵੀ ਸਾਡੀਆਂ ਪਾਣੀਆਂ ਉਹ ਵੀ ਸਾਫ਼ ਨਹੀਂ ਸੀ ਵੀ ਖਰਾਬ ਕਹਿ ਹੋ ਜਾਣਗੇ ਮੇਰੇ ਮੂਰਤਾਂ ਮੂਲ ਹੋਣ ਨਾਲ। ਪਲਸਤਰੀ ਹੁੰਦਾ, ਰੰਗ ਵੀ ਨਹੀਂ ਹੁੰਦਾ। ਉਸੇ ਤਰ੍ਹਾਂ ਅਸੀਂ ਵੱਡੇ ਹੋਏ ਸੀ ਤਾਂ ਰੋਕਿਆ ਨਹੀਂ ਬਲਕਿ ਸਹਿਯੋਗ ਹੀ ਮਿਲਿਆ ਤੇ ਐਪਰੀਸੀਏਸ਼ਨ ਹੀ ਮਿਲੀ, ਤੇ ਇਸ ਕਰਕੇ ਉਧਰੋਂ ਕੋਈ ਦਿੱਕਤ ਨਹੀਂ ਆਈ, ਨਾ ਟੀਚਰਸ ਵੱਲੋਂ ਤੇ ਨਾ ਘਰਦਿਆਂ ਵੱਲੋਂ। ਜੀ, ਮੈਨੂੰ ਲੱਗਦਾ ਇਹ ਜਿਹੜਾ ਦਿਖਾਂਤ ਮੈਂ ਤੁਹਾਨੂੰ ਦੱਸਦਾ ਕਿ ਸ਼ਹਿਰੀ ਸਕੂਲਾਂ ਦਾ ਨਹੀਂ ਸੀਗਾ, ਇਹ ਪਿੰਡੂ ਸਕੂਲਾਂ ਦਾ ਖਾਸ ਕਰਕੇ ਹੈ। ਉੱਥੇ ਬੱਚਾ ਉੱਭਰ ਹੀ ਨਹੀਂ ਸਕਦਾ ਸੀਗਾ। ਤੁਸੀਂ ਸ਼ਹਿਰ ਦੇ ਸਕੂਲ 'ਚ ਪੜ੍ਹੇ ਬਠਿੰਡੇ, ਤੇ ਪਿੰਡਾਂ 'ਚ ਅਕਸਰ ਇਹ ਟਾਰਗੇਟ ਕੀਤਾ ਜਾਂਦਾ ਸੀ ਬੱਚੇ। ਮੈਂ ਦੇਖਦਾ ਸੀਗਾ, ਮੈਂ ਕਦੇ ਕੋਈ ਗੇਮ ਨਹੀਂ ਕੀਤੀ, ਪਲੱਸ 2 'ਚ ਆ ਕੇ ਐਥਲੈਟਿਕਸ ਕੀਤੀ ਸੀ, ਉਹ ਵੀ ਜਦੋਂ ਸਾਰੇ ਡਰ ਲੱਗ ਜੀ ਜੀ। ਪਰ ਮੇਰੀ ਇਹ ਰਿਹਾ ਨਾ ਜੀ ਕਿ ਮੈਂ ਸਰਕਾਰੀ ਸਕੂਲ 'ਚ ਪੜ੍ਹਿਆ, ਤਾਂ ਪਿੰਡ ਦੇ ਸਰਕਾਰੀ ਸਕੂਲ ਤੇ ਸ਼ਹਿਰ ਦੇ ਸਰਕਾਰੀ ਸਕੂਲ 'ਚ ਬੜਾ ਫਰਕ ਨਹੀਂ ਹੁੰਦਾ, ਕਿਉਂਕਿ ਅਧਿਆਪਕ ਉਹੀ ਹੁੰਦੇ ਆ, ਸ਼ਿਫਟ ਹੋ ਰਹੇ ਹੁੰਦੇ ਇੱਕ ਦੂਜੇ ਤੋਂ। ਉਹ ਸਾਡੇ ਵੈਸੇ ਮੈਂ ਅਧਿਆਪਕਾਂ ਦਾ ਤਾਂ ਮੈਂ ਤਾਰੀਫ ਕੀਤੀ ਹੈ। ਸਾਡੀ ਖਾਸ ਤੌਰ ਤੇ ਸਾਡੀ ਜਿਹੜੀ ਕਲਾਸ ਦੀ ਟੀਚਰ ਸੀ ਉਹ 6ਵੀਂ ਤੋਂ ਉਹੀ 10ਵੀਂ ਤੱਕ ਚੱਲਦੇ ਸੀ, ਪਰ ਸਾਡੇ ਡਰਾਇੰਗ ਵਾਲੇ ਜਿਹੜੇ ਉਸ ਜ਼ਮਾਨੇ ਦੀ ਭਾਸ਼ਾ 'ਚ ਗੱਲ ਕਰਾਂ ਤਾਂ ਡਰਾਇੰਗ ਵਾਲੇ ਭੈਣ ਜੀ ਸੀ ਜਿਹੜੇ, ਜੀ ਜੀ, ਉਹਨਾਂ ਨੇ ਸਿਖਾਇਆ ਨਹੀਂ ਕੁਛ, ਹਾਂ ਹੱਲਾਸ਼ੇਰੀ ਬਹੁਤ ਦਿੱਤੀ।
ਤੇ ਉਹ ਸਾਡੇ ਟਾਈਮ ਤੇ ਉਹ ਕਹਿੰਦੇ ਵੀ ਇਹੀ ਸੀਗੇ ਵੀ ਆ ਪੁੱਤ ਮੰਦਰ ਵਾਲੀ ਬੁੜੀ ਬਣਾ ਲਿਆ ਈ ਉਹ ਠੀਕ ਹੈ। ਉਹ ਉਵੇਂ ਉਹਨਾਂ ਨੇ ਰੋਕਿਆ ਕਦੇ ਨਹੀਂ, ਹੱਲਾਸ਼ੇਰੀ ਵੀ ਦਿੱਤੀ, ਬਹੁਤ ਵਧੀਆ ਬਣਾਇਆ ਪੁੱਤ। ਹਾਂ, ਉਹਨਾਂ ਨੂੰ ਸਿਖਾਉਣਾ ਨਹੀਂ ਆਇਆ। ਤੇ ਇਹ ਦੁਖਾਂਤ ਮੈਨੂੰ ਲੱਗਦਾ ਸਿਰਫ ਉਹਨਾਂ ਦਾ ਨਹੀਂ, ਇਹ ਸਾਡੇ ਸਿੱਖਿਆ ਪ੍ਰਬੰਧ ਦਾ ਦੁਖਾਂਤ ਹੈ। ਸਾਡੇ ਇੱਥੇ ਅਧਿਆਪਕ ਜਿਹੜੇ ਬਣਦੇ ਆ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਵੀ ਹਜੇ ਉਹਨਾਂ ਦੀ ਟ੍ਰੇਨਿੰਗ 'ਚ ਨੁਕਸ ਹੈ, ਉਹਨਾਂ ਦੀ ਸਿਲੇਬਸ 'ਚ ਉਹਨਾਂ ਨੂੰ ਕੀ ਸਿਖਾਉਣਾ ਹੈ। ਉਹ ਪੂਰੇ ਸਿੱਖਿਆ ਪ੍ਰਬੰਧ 'ਚ ਜਿਹੜਾ ਸਿਲੇਬਸ ਬੋਰਡ ਬਣਾਉਂਦਾ ਪੂਰੇ ਸਿੱਖਿਆ ਪ੍ਰਬੰਧ 'ਚ ਹੀ ਗੜਬੜ ਹੈ, ਉਹਨੂੰ ਸੁਧਾਰਨ ਦੀ ਲੋੜ ਹੈ। ਕਈ ਵਾਰ ਇਹ ਵੀ ਹੁੰਦਾ ਕਿ ਮੈਂ ਕੁਝ ਹੋਰ ਨਹੀਂ ਬਣ ਸਕਿਆ, ਹੋਰ ਤਰ੍ਹਾਂ ਦਾ ਅਧਿਆਪਕ ਨਹੀਂ, ਮੈਂ ਚੱਲ ਇਹਨੂੰ ਡਰਾਇੰਗ ਦਾ ਡਿਪਲੋਮਾ ਕਰਾਓ ਤੇ ਡਰਾਇੰਗ ਮਾਸਟਰ ਬਣਾ ਦਿਓ। ਫਿਰ ਤੁਸੀਂ ਉਹ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹ ਆਰਟਿਸਟ ਪੈਦਾ ਕਰੂਗਾ। ਇਹ ਸਵਾਲ ਬਾਈ ਜੀ ਨੇ ਵੀ ਗੁਰਪ੍ਰੀਤ ਜੀ ਨੂੰ ਵੀ ਕੀਤਾ ਸੀ, ਉਸੇ ਤਰ੍ਹਾਂ ਦਾ ਸਵਾਲ ਸੀ। ਤੇ ਅਗਲਾ ਸਵਾਲ ਇਹ ਹੈ ਵੀ ਚਿੱਤਰਕਾਰੀ ਕਿੰਨੇ ਤਰ੍ਹਾਂ ਦੀ ਚਿੱਤਰਕਾਰੀ ਹੁੰਦੀ ਹੈ? ਅਸੀਂ ਆਮ ਬੰਦੇ ਹਾਂ, ਸਾਨੂੰ ਇਹਦੇ ਬਾਰੇ ਨਹੀਂ ਪਤਾ, ਲੋਕਾਂ ਨੂੰ ਜਾਣਕਾਰੀ ਦੇਣ ਦੇ ਬਾਰੇ। ਕਈ ਵਾਰੀ ਨਾ ਚਿੱਤਰਕਾਰੀ ਹੈ ਜਿਹੜੀ ਜਾਂ ਆਰਟ ਹੈ, ਉਹਨੂੰ ਅਸੀਂ ਇੱਕ ਸ਼੍ਰੇਣੀ 'ਚ ਬੰਨਣ ਦੀ ਕੋਸ਼ਿਸ਼ ਕਰਦੇ ਹਾਂ। ਦਰਅਸਲ ਇਹ ਸ਼੍ਰੇਣੀ ਮੁਕਤ ਆਰਟ ਹੈ, ਕਲਾ ਜਿਹੜੀ। ਕਲਾ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਦੇ ਸ਼ਬਦ ਕਲ ਤੋਂ ਆਇਆ। ਕਲ ਦਾ ਅਰਥ ਹੁੰਦਾ ਸੁੰਦਰ, ਸੋਹਣਾ, ਤੇ ਆਰਟ ਵਰਡ ਹੈ ਜਿਹੜਾ ਇਹ ਲੈਟਿਨ ਭਾਸ਼ਾ ਦੇ ਆਰਸ ਸ਼ਬਦ ਤੋਂ ਆਇਆ। ਆਰਸ ਸ਼ਬਦ ਦਾ ਉਹਦਾ ਮਤਲਬ ਹੈ ਟੂ ਕ੍ਰੀਏਟ, ਰਚਨਾ ਕਰਨੀ। ਕੁਝ ਵੀ ਰਚਨਾ ਕਰਨੀ ਕਲਾ ਹੈ। ਉਹਦਾ ਵਰਗੀਕਰਨ ਹੈ ਫਿਰ ਅਲੱਗ-ਅਲੱਗ ਕੀਤਾ ਹੋਇਆ, ਉਹ ਅਸੀਂ ਕੀਤਾ ਜਾਂ ਸਾਡੇ ਵਰਗੇ ਹੋਰ ਬਹੁਤ ਸਾਰੇ ਬੰਦੇ ਆ। ਪਹਿਲਾਂ ਤਾਂ ਉਹਨਾਂ ਨੂੰ ਅਲੱਗ-ਅਲੱਗ ਇਸ ਤਰ੍ਹਾਂ ਵੰਡਿਆ ਕਿ ਗਾਉਣ ਵਾਲੀ ਕਲਾ, ਮਤਲਬ ਸੁਣਨ ਵਾਲੀਆਂ ਕਲਾਵਾਂ ਜਿਹੜੀਆਂ ਉਹ ਅਲੱਗ ਹੈ, ਦੇਖਣ ਵਾਲੀਆਂ ਕਲਾਵਾਂ ਅਲੱਗ ਹੈ, ਹਨਾ, ਸੁਣੇ ਤੇ ਦੇਖੇ ਜਾਣ ਵਾਲੀਆਂ ਅਲੱਗ ਹੈ। ਤੀਜੀ ਸ਼੍ਰੇਣੀ ਹੈ ਜਿਹੜੀ ਇਹਦੀ ਤੁਸੀਂ ਗੱਲ ਕਰ ਰਹੇ ਹੋ, ਦੇਖੇ ਜਾਣ ਵਾਲੀਆਂ ਕਲਾਵਾਂ ਚ ਆਉਂਦੀ ਹੈ। ਉਹਦੀ ਅੱਗੇ ਫਿਰ ਤਿੰਨ ਤਰ੍ਹਾਂ ਦਾ ਵਰਗੀਕਰਨ ਹੈ। ਇੱਕ 2D ਟੂ ਡਾਈਮੈਂਸ਼ਨਲ ਆਰਟ ਹੈ ਜਿਹੜਾ, ਜਿਹਦੇ ਚ ਪੇਂਟਿੰਗ ਆਉਂਦੀ ਹੈ, ਡਰਾਇੰਗ ਆਉਂਦੀ ਹੈ, ਇਹੋ ਜਿਹਾ। ਇੱਕ 3 ਡਾਈਮੈਂਸ਼ਨਲ ਹੈ ਜਿਹਦੇ ਮੂਰਤੀਆਂ ਆਉਂਦੀਆਂ ਹਨਾ, ਅਲੱਗ-ਅਲੱਗ ਪਾਸਿਓਂ ਦੇਖੇ ਜਾਣ ਵਾਲੀਆਂ ਮੂਰਤੀਆਂ, ਇਕੱਲੀ ਫਰੰਟ ਤੋਂ ਦੇਖੇ ਜਾਣ ਵਾਲੀਆਂ ਮੂਰਤੀਆਂ। ਤੀਜਾ ਜਿਹੜੀ ਭਵਨ ਨਿਰਮਾਣ ਜਾਂ ਜਿਹੜੀ ਕੰਮ ਚ ਆਉਣ ਵਾਲੀ ਕਲਾ। ਤਾਂ ਕਲਾ ਦਾ ਇਹਨਾਂ ਨੂੰ ਫਰਦਰ ਬਹੁਤ ਸਾਰੇ ਡਿਟੇਲ ਹੈ, ਪਰ ਜਿਵੇਂ ਇੱਕ ਮੈਂ ਇੱਥੇ ਵਿੱਚ ਐਡ ਕਰਦਾ, ਅੱਜ ਕੱਲ ਜਿਹੜੀ ਡਿਬੇਟ ਚੱਲ ਰਹੀ ਹੈ ਕਿ ਇਹ ਜੀ ਮਾਡਰਨ ਆਰਟ ਕਲਾ ਨਹੀਂ ਹੁੰਦੀ, ਜਾਂ ਮਾਡਰਨ ਆਰਟ ਵਾਲੇ ਕਹਿੰਦੇ ਵੀ ਜਿਹੜਾ ਗੁਰਪ੍ਰੀਤ ਸਿੰਘ ਕਰਦਾ ਇਹ ਕਲਾ ਨਹੀਂ ਹੈਗੀ। ਜਿਵੇਂ ਭਗਤ ਸਿੰਘ ਦੀ ਪੇਂਟਿੰਗ ਲੱਗੀ ਹੋਈ ਹੈ, ਮੇਰੀ ਕਿਤਾਬ ਫੜੀ ਹੋਈ ਹੈ ਜਿੱਥੇ ਭਗਤ ਸਿੰਘ ਨੇ ਸਾਹਮਣੇ। ਕਈਆਂ ਨੂੰ ਲੱਗਦਾ ਕਿ ਪੋਸਟਰ ਆਰਟ ਹੈ। ਇੱਕ ਪੰਜਾਬੀ ਦੀ ਬਹੁਤ ਵੱਡੇ ਲੇਖਕ ਹੈ, ਆਲੋਚਕ ਵੀ ਆ ਉਹ, ਉਹਨਾਂ ਨੇ ਮੇਰੇ ਬਾਰੇ ਸਪੈਸ਼ਲ ਪੋਸਟ ਪਾਉਣੀ ਪਈ ਉਹਨਾਂ ਨੂੰ ਇਹ ਲਿਖ ਕੇ ਕਿ ਗੁਰਪ੍ਰੀਤ ਦਾ ਆਰਟ ਮੈਂ ਆਰਟ ਨਹੀਂ ਮੰਨਦਾ, ਇਹ ਤਾਂ ਪੋਸਟਰ ਆਰਟ ਹੈ। ਤੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਆਪ ਜੀ ਬਹੁਤ ਵਿਦਵਾਨ ਹੋ, ਪਰ ਤੁਹਾਨੂੰ ਸ਼ਾਇਦ ਕਲਾ ਦੇ ਵਰਗੀਕਰਨ ਬਾਰੇ ਘੱਟ ਪਤਾ ਹੈ। ਤੁਸੀਂ ਖੁਦ ਹੀ ਲਿਖਤਾ ਕਿ ਇਹ ਤਾਂ ਪੋਸਟਰ ਆਰਟ ਹੈ, ਮਤਲਬ ਆਰਟ ਤਾਂ ਹੈਗਾ, ਇਹ ਤੁਸੀਂ ਆਪ ਹੀ ਲਿਖ ਕੇ ਪੋਸਟਰ ਆਰਟ ਹੈ, ਪਰ ਮੈਂ ਇਹਨੂੰ ਆਰਟ ਨਹੀਂ ਮੰਨਦਾ। ਤਾਂ ਆਰਟ ਬਹੁਤ ਤਰ੍ਹਾਂ ਦਾ ਹੈ, ਪੋਸਟਰ ਆਰਟ ਵੀ ਆਰਟ ਹੈ, ਬੱਚੇ ਨੇ ਮੂਰਤਾਂ ਵਾਰਤੀਆਂ ਉਹ ਵੀ ਆਰਟ ਹੈ, ਕਿਸੇ ਨੇ ਪਿੰਡ ਦੀ ਬੁੜੀ ਨੇ ਦਰਵਾਜ਼ੇ ਦੇ ਬਾਹਰ ਕੁਝ ਮੋਰ ਬੂਟੀਆਂ ਪਾਤੀਆਂ ਉਹ ਵੀ ਆਰਟ ਹੈ, ਹਨਾ। ਕਲਾ ਤਾਂ ਬਹੁਤ ਜਗ੍ਹਾ ਤੇ ਹੈ, ਹਨਾ। ਉਹਨੂੰ ਤੁਸੀਂ ਕਿਸ ਹਿਸਾਬ ਨਾਲ ਲੈਂਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਜੀ। ਗੁਰਪ੍ਰੀਤ ਜੀ, ਇਹ ਮੰਨਿਆ ਜਾਂਦਾ ਵੀ ਚਿੱਤਰਕਾਰੀ ਇੱਕ ਮਹਿੰਗਾ ਕਿੱਤਾ ਜਾਂ ਮਹਿੰਗਾ ਸ਼ੌਕ ਆ, ਵੀ ਆਮ ਬੰਦੇ ਦੀ ਪਹੁੰਚ ਚੋਂ ਬਾਹਰ ਆ ਜੀ। ਹਾਂ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਨਹੀਂ, ਮੈਨੂੰ ਨਹੀਂ ਲੱਗਦਾ, ਮੈਂ ਆਮ ਬੰਦਾ ਹੀ ਹਾਂ, ਤੇ ਮੇਰੇ ਨਾਲ ਦੇ ਬਹੁਤ ਸਾਰੇ ਹੋਰ ਮੁੰਡੇ ਆ, ਬੰਦੇ ਆ ਜਿਹੜੇ ਕੰਮ ਇਹ ਕਰ ਰਹੇ ਆ, ਕੁੜੀਆਂ ਕਰ ਰਹੀਆਂ, ਪੇਂਟਿੰਗ ਕਰ ਰਹੀਆਂ। ਹਾਂ, ਇਹਨੂੰ ਇੱਕ ਐਲੀਟ ਕਲਾਸ ਦੀ ਕਲਾ ਬਣਾਤਾ ਸੀ। ਪਾਸ਼ ਲਿਖਦਾ ਨਾ, ਜੇ ਕਲਾ ਦਾ ਫੁੱਲ ਰਾਜੇ ਦੀ ਖਿੜਕੀ 'ਚ ਹੀ ਖਿੜਨਾ, ਹਨਾ। ਇਹਨੂੰ ਐਲੀਟ ਕਲਾਸ ਦੀ ਕਲਾ ਬਣਾਤਾ ਸੀ। ਪਾਤਰ ਸਾਹਿਬ ਮੈਨੂੰ ਕਹਿੰਦੇ ਹੁੰਦੇ, ਡਾਕਟਰ ਸੁਰਜੀਤ ਪਾਤਰ ਕਹਿੰਦੇ, ਗੁਰਪ੍ਰੀਤ ਇਸ ਆਰਟ ਦੇ ਫੀਲਡ 'ਚ, ਵਿਜ਼ੂਅਲ ਆਰਟ ਦੇ ਫੀਲਡ ਵਿੱਚ ਪਹਿਲੀ ਵਾਰੀ ਕੋਈ ਐਕਟਿਵਿਸਟ ਚਿੱਤਰਕਾਰ ਹੋਇਆ। ਕਵਿਤਾ ਲਿਖੀ ਗਈ ਹੈ ਰੈਵੋਲੂਸ਼ਨਰੀ, ਗੀਤ ਗਾਏ ਗਏ ਹੈ ਰੈਵੋਲੂਸ਼ਨਰੀ, ਨਾਟਕ ਰੈਵੋਲੂਸ਼ਨਰੀ ਹੋਇਆ, ਕਿਤਾਬਾਂ ਤਾਂ ਰੈਵੋਲੂਸ਼ਨਰੀ ਬਹੁਤ ਹੋਈਆਂ। ਵਿਜ਼ੂਅਲ ਆਰਟ ਦੇ ਵਿੱਚ ਕੋਈ ਗੱਲ ਮਾਸਸ ਦੀ ਨਹੀਂ ਸੀ ਕਰਦਾ। ਉਹ ਜ਼ਰੂਰ ਮੈਂ ਕੋਸ਼ਿਸ਼ ਕੀਤੀ ਹੈ। ਪੇਂਟਿੰਗ ਬਹੁਤ ਸੋਹਣੀ ਕਰਨ ਵਾਲੇ, ਮੇਰੇ ਤੋਂ ਤਾਂ ਬਹੁਤ ਸੋਹਣੀ ਪੇਂਟਿੰਗ ਕਰਨ ਵਾਲੇ ਬੰਦੇ ਹੈਗੇ ਆ, ਪਰ ਲੋਕ ਆਵਾਜ਼
ਨਹੀਂ ਸੀ ਬਣ ਰਹੀ ਵਿਜ਼ੂਅਲ ਆਰਟ ਨਾਲ, ਲੋਕਾਂ ਦੀ ਆਵਾਜ਼ ਨਹੀਂ ਸੀ ਚੱਕੀ ਜਾ ਰਹੀ, ਖਾਸ ਤੌਰ ਤੇ ਆਪਣੇ ਖਿੱਤੇ ਦੇ ਵਿੱਚ। ਉਹ ਜ਼ਰੂਰ ਕੀਤੀ ਹੈ ਮੈਂ ਕੋਸ਼ਿਸ਼। ਬਸ ਇਹੀ ਹੈ ਜਿਹੜਾ ਤੁਹਾਡਾ ਸਵਾਲ ਹੈ ਉਹਦਾ ਇੱਕ ਹਿਸਾਬ ਨਾਲ ਉੱਤਰ ਹੈ ਜੀ। ਅੱਗੇ ਹੈ ਜੀ ਟਵਿੱਟਰ ਦਾ ਜ਼ਮਾਨਾ, ਤੇ ਟਵਿੱਟਰ ਬੈਨ ਹੋਣ ਨਾਲ ਬੰਦਾ ਸਟਾਰ ਹੋ ਜਾਂਦਾ ਅੱਜ ਕੱਲ੍ਹ। ਇਹ ਪਿੱਛੇ ਜੇ ਕਰਨਾਲ ਟੋਲ ਪਲਾਜ਼ੇ ਵਾਲੇ ਚਿੱਤਰ ਤੋਂ ਬਾਅਦ ਸੁਣਿਆ ਸੀ ਵੀ ਤੁਹਾਡਾ ਵੀ ਟਵਿੱਟਰ ਬੈਨ ਕੀਤਾ ਗਿਆ ਸੀ। ਮੇਰਾ ਦਰਅਸਲ ਉਦੋਂ ਪਹਿਲਾਂ ਹੀ ਬੈਨ ਕਰਤਾ ਸੀ, ਉਹ ਤੇ ਪੋਸਟ ਬੈਨ ਹੋ ਗਈ ਸੀ। ਜਿਹੜਾ ਜਦੋਂ ਮੇਰਾ ਟਵਿੱਟਰ ਅਕਾਊਂਟ ਬੈਨ ਕੀਤਾ, ਮੈਨੂੰ ਟਵਿੱਟਰ ਵੱਲੋਂ ਅਫੀਸ਼ੀਅਲ ਲੈਟਰ ਆਇਆ, ਉਹਦੇ 'ਚ ਉਹਨਾਂ ਨੇ ਲਿਖਿਆ ਹੋਇਆ ਕਿ ਭਾਰਤ ਸਰਕਾਰ ਵੱਲੋਂ ਤੁਹਾਡੇ ਅਗੇਂਸਟ ਕੰਪਲੇਂਟ ਕੀਤੀ ਗਈ ਹੈ ਕਿ ਤੁਸੀਂ ਭਾਰਤੀ ਕਾਨੂੰਨਾਂ ਨੂੰ ਫੋਲੋ ਨਹੀਂ ਕਰਦੇ। ਤੁਸੀਂ ਦੇਖੋ, ਚਿੱਤਰ ਬਣਾਉਣਾ ਵੀ ਭਾਰਤੀ ਕਾਨੂੰਨਾਂ ਦੇ ਅਗੇਂਸਟ ਹੋ ਸਕਦਾ ਹੈ। ਇਹ ਮਤਲਬ ਇਸ ਦੌਰ ਦੀ ਸੱਚਾਈ ਹੈ, ਅੱਜ ਦੇ ਦੌਰ ਦੀ ਇਹ ਸੱਚਾਈ ਹੈ ਇਸ ਮੁਲਕ ਦੀ, ਕਿ ਇਸ ਦੇਸ਼ ਦੇ ਵਿੱਚ ਅੱਜ ਦੇ ਦੌਰ 'ਚ ਇੱਕ ਤਸਵੀਰ ਤੋਂ ਵੀ ਸਰਕਾਰ ਨੂੰ ਖਤਰਾ ਹੋ ਸਕਦਾ ਹੈ। ਜੀ ਅਗਲਾ ਸਵਾਲ ਆ ਜੀ ਗੁਰਪ੍ਰੀਤ ਜੀ, ਇੱਕ ਰਿਐਲਿਟੀ ਦਾ ਬਹੁਤ ਰੌਲਾ ਪੈਂਦਾ। ਪਿੱਛੇ ਜੇ ਪੰਜਾਬ ਸਰਕਾਰ ਦਾ ਜਿਹੜਾ ਕੈਲੰਡਰ ਸੀ, ਉਹਦੇ ਤੇ ਸੋਭਾ ਸਿੰਘ ਦੇ ਜਿਹੜੇ ਅੱਜ ਕੱਲ ਅੱਗੇ ਦੀਆਂ ਪੀੜ੍ਹੀਆਂ ਨੇ, ਉਹਨਾਂ ਨੇ ਕਿਹਾ ਵੀ ਇਹਨਾਂ ਨੇ ਸਾਡੇ ਤੋਂ ਪਰਮਿਸ਼ਨ ਨਹੀਂ ਲਈ ਜੀ। ਆਪਾਂ ਪਹਿਲਾਂ ਵੀ ਗੱਲ ਕਰੀ ਸੀ, ਇੱਥੇ ਵੀ ਇੱਕ ਵੀਰ ਪਬਲਿਸ਼ਰ ਬੈਠੇ ਨੇ, ਉਹਨਾਂ ਨੇ ਕਿਸੇ ਕਵੀ ਉਬਲੀਕ ਚਿੱਤਰਕਾਰ ਦਾ ਚਿੱਤਰ ਆਪਦੇ ਕਹਾਣੀ ਸੰਗ੍ਰਹਿ ਦਾ ਸਰਵਰਕ ਬਣਾ ਲਿਆ। ਉਹਨਾਂ ਦਾ ਤਰਕ ਤੇ ਉਹਨਾਂ ਨੇ ਇਹਦੇ ਤੇ ਵਿਵਾਦ ਖੜਾ ਕਰ ਲਿਆ, ਤੇ ਪਬਲਿਸ਼ਰ ਦਾ ਜਿਹੜਾ ਸੀਗਾ ਤਰਕ ਸੀਗਾ ਵੀ ਜਿਹੜੀ ਤਸਵੀਰ ਜਾਂ ਕੋਈ ਵੀ ਚੀਜ਼ ਇੰਟਰਨੈਟ ਤੇ ਪੈ ਜਾਂਦੀ ਹੈ ਉਹ ਲੋਕਾਂ ਦੀ ਹੋ ਜਾਂਦੀ ਹੈ, ਤੇ ਵੀ ਲੇਖਕ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਨਹੀਂ ਹੁੰਦੀ। ਤੁਹਾਡਾ ਕੀ ਵਿਚਾਰ ਹੈ? ਮੈਨੂੰ ਇਹ ਲੱਗਦਾ ਕਿ ਮੈਂ ਸਾਰਿਆਂ ਬਾਰੇ ਨਹੀਂ ਇਹ ਜਨਰਲਾਈਜ਼ ਕਰ ਰਿਹਾ ਗੱਲ, ਪਰ ਮੈਂ ਆਪ ਦੇ ਬਾਰੇ ਦੱਸ ਸਕਦਾ ਕਿ ਮੇਰੇ ਚਿੱਤਰ ਲੋਕਾਂ ਚੋਂ ਹੀ ਆਏ ਆ, ਤੇ ਮੈਂ ਬਣਾਏ ਵੀ ਲੋਕਾਂ ਲਈ ਆ, ਤੇ ਲੋਕਾਂ ਨੂੰ ਵਰਤਨ ਦੀ ਪੂਰੀ ਖੁੱਲ੍ਹ ਹੈ ਬਿਨਾਂ ਮੈਨੂੰ ਪੁੱਛੇ ਜੀ। ਬਹੁਤ ਕਿਉਂਕਿ ਜਿਹੜੀ ਗੱਲ ਹੀ ਜਦੋਂ ਲੋਕਾਂ ਦੀ ਕਰ ਰਹੇ, ਜੇ ਭਗਤ ਸਿੰਘ ਕਿਤਾਬ ਫੜਾ ਰਿਹਾ ਤੇ ਹੱਥ ਲੋਕਾਂ ਨੂੰ ਕਰਕੇ ਕਹਿ ਰਿਹਾ ਕਿ ਯਾਰ ਇਹਨੂੰ ਪੜ੍ਹੋ, ਸਿਰਫ ਮੁੱਛ ਨੂੰ ਗੇੜੇ ਦੇਣ ਵਾਲਾ ਭਗਤ ਸਿੰਘ ਨਹੀਂ ਹੁੰਦਾ, ਜਾਂ ਹੱਥ 'ਚ ਪਿਸਤੌਲ ਫੜਨ ਵਾਲਾ ਭਗਤ ਸਿੰਘ ਨਹੀਂ। ਕ੍ਰਾਂਤੀ ਦਾ ਰਾਹ ਤਾਂ ਮਤਲਬ ਕਿਤਾਬ ਵਿੱਚੋਂ ਦੀ ਜਾਂਦਾ ਨਾ। ਉਹ ਕਹਿੰਦਾ ਤਾਂ ਹੀ ਆਪਾਂ ਇੰਨੀਆਂ ਕਿਤਾਬਾਂ ਲਾ ਕੇ ਬੈਠੇ ਆ। ਕਹਿੰਦਾ ਵੀ ਜਿਹੜੀ ਵਿਚਾਰਾਂ ਦੀ ਤਲਵਾਰ ਹੈ ਉਹ ਤਰਕ ਦੀ ਸਾਣ ਤੇ ਤਿੱਖੀ ਹੁੰਦੀ ਹੈ। ਤੇ ਜਦੋਂ ਲੋਕਾਂ ਨੂੰ ਕਹਿ ਰਿਹਾ ਉਹ ਗੱਲ, ਤੇ ਮੈਂ ਕਹਾਂ ਵੀ ਨਹੀਂ, ਭਗਤ ਸਿੰਘ ਦੀ ਇਹ ਪੇਂਟਿੰਗ ਛਪਾਉਣ ਦੀ ਤੁਹਾਡੇ ਤੋਂ ਮੈਂ ਨਹੀਂ ਰਾਇਲਟੀ ਲਵਾਂਗਾ। ਪਹਿਲੀ ਗੱਲ ਤਾਂ ਇਹ ਤਸਵੀਰ ਕੋਈ ਜਿਹੜਾ ਵਪਾਰੀ ਉਹ ਛਪਾਊਗਾ ਨਹੀਂ, ਉਹ ਤਾਂ ਆਪਣੇ ਵਰਗਾ ਕੋਈ ਕਮਲਾ ਹੀ ਛਪਾਊਗਾ ਵੰਡਣ ਲਈ, ਉਹ ਵੀ ਗਾ। ਤੇ ਇੱਥੇ ਮੈਂ ਸਿੰਘੂ ਬਾਰਡਰ ਤੇ ਟਿੱਕਰੀ ਤੇ ਜਾ ਕੇ ਰਹਿ ਕੇ, ਉੱਥੇ ਟਰਾਲੀਆਂ 'ਚ ਪ੍ਰਿੰਟ ਲੱਗੇ ਹੋਏ ਆ ਇਹਦੇ, ਤੇ ਮੈਨੂੰ ਤਾਂ ਉਲਟਾ ਖੁਸ਼ੀ ਹੁੰਦੀ ਆ ਉਦੋਂ। ਮੈਨੂੰ ਤਾਂ ਨਹੀਂ ਲੱਗਦਾ ਕੇਸ ਕਰਨਾ ਚਾਹੀਦਾ, ਮੈਨੂੰ ਤਾਂ ਇਹ ਲੱਗਦਾ ਕਿ ਵਾਹ ਵੀ ਇੱਥੇ ਭਾਈ ਗੁਰਪ੍ਰੀਤ ਸਿੰਘ ਤੈਨੂੰ ਅਵਾਰਡ ਮਿਲ ਗਿਆ, ਹੈਨਾ। ਮੈਨੂੰ ਉਹ ਅਵਾਰਡ ਵਰਗਾ, ਪਹਿਲਾਂ ਗੁਰਪ੍ਰੀਤ ਅੰਬਾਲਾ ਹੁਣੀ ਗੱਲ ਕਰਦੇ ਸੀ ਨਾ ਉਦੋਂ ਅਵਾਰਡ ਦੀ, ਮੈਨੂੰ ਤਾਂ ਬਲਕਿ ਇਹ ਲੱਗਦਾ ਕਿ ਜਦੋਂ ਮਾਸਸ ਤੁਹਾਡੀ ਗੱਲ ਹੋਵੇ, ਤੁਹਾਡਾ ਅਸਲ ਅਵਾਰਡ ਉਹ ਹੁੰਦਾ, ਨਾ ਕਿ ਕੋਈ ਅਕਾਦਮੀ ਜਦੋਂ ਤੁਹਾਨੂੰ ਬੁਲਾ ਕੇ ਅਵਾਰਡ ਦੇਵੇ ਜੀ। ਚਲੋ ਥੋੜਾ ਵਿਸ਼ੇ ਨੂੰ ਚੇਂਜ ਕਰਦੇ ਆ। ਤੁਸੀਂ ਬਹੁਤ ਪੱਕੀ ਸ਼ਖਸੀਅਤ ਹੋ, ਕੋਈ ਕਵਿਤਾ ਨਜ਼ਮ ਤੁਹਾਡੀ ਆਪਣੀ ਪੇਸ਼? ਮੈਂ ਕੋਸ਼ਿਸ਼ ਕਰਦਾ ਜਿਹੜੀ ਯਾਦ ਆਉ, ਕਿਉਂਕਿ ਮੈਂ ਹੁਣ ਬਹੁਤ ਸਮੇਂ ਤੋਂ ਮੈਂ ਕਵਿਤਾ ਲਿਖੀ ਨਹੀਂ। ਕਵਿਤਾ ਮੈਂ ਇਦਾਂ ਕਦੇ ਐਜ਼ ਅ ਇਸ ਤਰ੍ਹਾਂ ਵੀ ਨਹੀਂ ਲਿਖੀ ਕਿ ਮੇਰਾ ਜੌਬ ਹੈ ਇਹ, ਕਿ ਮੈਨੂੰ ਰੋਜ਼ ਇੱਕ ਕਵਿਤਾ। ਮੇਰੇ ਇੱਕ ਦੋ ਦੋਸਤ ਇਹੋ ਜਿਹੇ ਜਿਹੜੇ ਕਹਿੰਦੇ ਵੀ ਅਸੀਂ ਡੇਲੀ ਇੱਕ ਕਵਿਤਾ ਲਿਖ ਕੇ ਸੌਂਦੇ ਆ। ਮੈਂ ਕਿਹਾ ਪਤਾ ਨਹੀਂ ਇਹ ਕਿਵੇਂ ਆ ਜਾਂਦੀ ਹੈ ਕਵਿਤਾ ਫੇਸਬੁੱਕ ਤੇ ਪਾਉਣਾ। ਤੇ ਮੈਨੂੰ ਤਾਂ ਬਹੁਤ ਫੋਰਸ ਨਾਲ ਹੀ, ਚਿੱਤਰ ਵੀ ਬਹੁਤ ਫੋਰਸ ਨਾਲ ਆਉਂਦਾ ਹੈ, ਤੇ ਕਵਿਤਾ ਵੀ ਜਦੋਂ ਆਉਂਦੀ ਹੈ ਤਾਂ ਬਹੁਤ ਫੋਰਸ ਨਾਲ ਆਉਂਦਾ। ਉਹ ਥਾਟ ਜਿਹੜਾ ਆਉਂਦਾ, ਇੰਨੀ ਫੋਰਸ ਨਾਲ ਆਉਂਦਾ ਥਾਟ ਕਿ ਮੈਂ ਉਦੋਂ ਹੀ ਬਣਾ ਦੇਣਾ ਹੁੰਦਾ। ਤੇ ਮੈਨੂੰ ਲੱਗਦਾ ਕਿ ਉਹ ਸਪੌਂਟੇਨੀਅਸਨੈਸ ਹੈ ਨਾ ਜਿਹੜੀ ਤੁਹਾਡਾ ਇੱਕਦਮ ਆਉਣਾ ਚੀਜ਼ ਦਾ, ਤੇ ਉਹਨੂੰ ਇੰਨ ਬਿੰਨ ਉਤਾਰ ਦੇਣਾ, ਉਹਦੇ ਤੇ ਫਿਰ ਵਾਦ ਘਟ ਜਾਂਦੇ ਆ, ਪ੍ਰਭਾਵ ਬਾਹਰਲੇ ਘਟ ਜਾਂਦੇ ਆ। ਜਦੋਂ ਮੈਂ ਸੋਚ ਕੇ ਕਈ ਦਿਨਾਂ ਦੇ ਵਿੱਚ ਉਸ ਕੰਮ ਨੂੰ ਪੂਰਾ ਕਰੂੰਗਾ, ਤਾਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਡ ਕਰ ਦੂੰਗਾ ਜਿਹੜੀਆਂ ਕਿ ਉਹ ਜੈਨੂਇਨ ਥਾਟ ਜਿਹੜਾ ਆਇਆ ਉਹ ਖਰਾਬ ਹੋ ਜਾਊਗਾ। ਤਾਂ ਇੱਕ ਦੋ ਕਵਿਤਾਵਾਂ ਜਿਹੜੀਆਂ, ਇੱਕ ਚਲੋ ਛੋਟੀ ਜੀ ਔਰਤ ਤੇ ਆ ਕਵਿਤਾ ਕਿ ਜੰਮੀ ਪਲੀ ਮੈਂ ਕੁਛ ਦਸਤੂਰਾਂ ਕੁਛ ਲਕੀਰਾਂ ਵਿੱਚ,
ਜੰਮੀ ਪਲੀ ਮੈਂ ਕੁਝ ਦਸਤੂਰਾਂ ਕੁਝ ਲਕੀਰਾਂ ਵਿੱਚ। ਇਹ ਗੱਲ ਵੱਖਰੀ ਏ ਕਿ ਮੈਂ ਜੰਜ਼ੀਰਾਂ ਦੇ ਹਾਣ ਦੀ ਨਹੀਂ ਸੀ। ਇਹ ਗੱਲ ਵੱਖਰੀ ਏ ਕਿ ਮੈਂ ਜੰਜ਼ੀਰਾਂ ਦੇ ਹਾਣ ਦੀ ਨਹੀਂ ਸੀ। ਮੈਨੂੰ ਜੋ ਮੇਰੇ ਹਾਣ ਦਾ ਲੱਗਿਆ ਮੈਂ ਉਸ ਨਾਲ ਰਹੀ। ਮੈਨੂੰ ਜੋ ਮੇਰੇ ਹਾਣ ਦਾ ਲੱਗਿਆ ਮੈਂ ਉਸ ਨਾਲ ਰਹੀ। ਤੇ ਇਹ ਗੱਲ ਵੀ ਵੱਖਰੀ ਏ ਕਿ ਉਹ ਵੀ ਜੰਜ਼ੀਰਾਂ ਦੇ ਹਾਣ ਦਾ ਨਿਕਲਿਆ। ਤੇ ਅੱਜ ਕੱਲ ਮੈਂ ਇਕੱਲੀ ਰਹਿੰਦੀ ਆ, ਨਰੋਲ ਇਕੱਲੀ। ਤੇ ਅੱਜ ਕੱਲ ਮੈਂ ਇਕੱਲੀ ਰਹਿੰਦੀ ਆ, ਨਰੋਲ ਇਕੱਲੀ। ਤੇ ਇਹ ਗੱਲ ਵੀ ਵੱਖਰੀ ਏ ਕਿ ਦੂਸਰਾ ਨਾਮ ਮੇਰੀ ਇਕੱਲਤਾ ਦਾ ਅੱਜ ਕੱਲ ਬਦਨਾਮ ਔਰਤ ਹੈ। क्या बात है। दूसरा नाम मेरी इकल्लता दा अजकल बदनाम औरत है। बहुत बहुत धन्यवाद ਬਈ ਜੀ। ਅੱਜ ਦੀ ਨੌਜਵਾਨ ਪੀੜ੍ਹੀ ਇਕੱਲੀ ਗਾਇਕੀ ਪਿੱਛੇ ਲੱਗੀ ਹੋਈ ਹੈ ਕਿਉਂਕਿ ਉਹਦੇ ਪੈਸਾ ਤੇ ਸ਼ੌਹਰਤ ਉਹਨਾਂ ਨੂੰ ਦਿੰਦਾ ਹੈਗਾ। ਤੇ ਚਿੱਤਰਕਾਰੀ ਵਿੱਚ ਨੌਜਵਾਨ ਜਿਹੜੇ ਆਉਣੇ ਚਾਹੁੰਦੇ ਆ, ਨਵੇਂ ਮੁੰਡੇ ਕੁੜੀਆਂ, ਉਹਨਾਂ ਦਾ ਕੀ ਭਵਿੱਖ ਹੋ ਸਕਦਾ ਹੈ? ਅੱਜ ਤੋਂ ਥੋੜਾ ਸਮਾਂ ਪਹਿਲਾਂ, ਅੱਜ ਤੋਂ 20 ਸਾਲ ਪਹਿਲਾਂ ਜੇ ਮੈਂ ਗੱਲ ਕਰਦਾ ਤਾਂ ਸ਼ਾਇਦ ਔਖਾ ਸੀ। ਕਿਉਂ ਔਖਾ ਸੀ ਕਿ ਨਾ ਜਿਹੜਾ ਕਾਰਪੋਰੇਟ ਵਰਲਡ ਹੈ ਨਾ, ਜਿਹੜਾ ਬਾਜ਼ਾਰ ਹੈ, ਉਹਨੇ ਹਰ ਚੀਜ਼ ਨੂੰ ਸਧਾਰਨ ਬੰਦੇ ਲਈ ਬਹੁਤ ਔਖਾ ਬਣਾਤਾ। ਵੇਚਣਾ ਤੇ ਖਰੀਦਣਾ ਬਹੁਤ ਸੌਖਾ ਬਣਾਤਾ। ਇਹੀ ਖਪਤ ਸੱਭਿਆਚਾਰ ਦੀ ਮਤਲਬ ਗੇਮ ਹੈ ਸਾਰੀ, ਕਿ ਤੁਹਾਨੂੰ ਚੀਜ਼ਾਂ ਖਰੀਦਣੀਆਂ ਸੌਖੀਆਂ ਹੋ ਜਾਣ, ਵੇਚਣੀਆਂ ਔਖੀਆਂ ਹੋ ਜਾਣ। ਤੁਸੀਂ ਬਣਿਆ ਹੋਇਆ ਸਮਾਨ ਖਰੀਦ ਸਕੋ, ਉਹ ਕੁਝ ਵੀ ਹੈ, ਭਾਵੇਂ ਤੁਹਾਡੀ ਕਲਾ ਹੈ। ਤੇ ਕਲਾਕਾਰ ਲਈ ਇਹ ਤੁਹਾਨੂੰ ਮੈਂ ਦੱਸਦਾ, ਬੜੀ ਤੁਹਾਨੂੰ ਇਹ ਪਤਾ ਨਹੀਂ ਹੋਣਾ ਕਿਉਂਕਿ ਤੁਸੀਂ ਆਰਟ ਦੇ ਫੀਲਡ ਦੇ ਨਹੀਂ ਹੈਗੇ। ਪੇਂਟਿੰਗ ਕਰਨ ਵਾਲਾ ਜਿਹੜਾ ਬੰਦਾ ਸੀ ਨਾ, ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਮੈਂ, ਉਹਦੇ ਲਈ ਕਿੰਨਾ ਕੁ ਔਖਾ ਸੀ। ਦਿੱਲੀ ਦੇ ਵਿੱਚ ਗੈਲਰੀ ਦੇ ਵਿੱਚ ਐਗਜ਼ੀਬਿਸ਼ਨ ਲਾਉਣੀ ਹੈ ਤੇ ਪੇਂਟਿੰਗ ਵੇਚਣੀ ਹੈ, ਉਹਦੇ ਲਈ ਕੀ ਗੇਮ ਖੇਡਣੀ ਪੈਂਦੀ ਸੀ। ਮੈਂ ਪਹਿਲਾਂ ਤਾਂ ਚੰਗੀ ਗੈਲਰੀ ਬੁੱਕ ਕਰਾਉਂ, ਸਰਕਾਰੀ ਨਹੀਂ, ਉਹਦੇ ਵਿੱਚ ਨਹੀਂ ਵਿਕਦੀਆਂ। ਪ੍ਰਾਈਵੇਟ ਗੈਲਰੀ ਚੰਗੀ ਬੁੱਕ ਕਰਾਉਂ, ਉਹ ਜਾਂ ਤਾਂ ਕਿਸੇ 5 ਸਟਾਰ ਹੋਟਲ ਦੀ ਲੌਬੀ ਦੀ ਗੈਲਰੀ ਹੋਊਗੀ ਜਾਂ ਕੋਈ ਪ੍ਰਾਈਵੇਟ ਹੋਰ ਜਿਹੜੀਆਂ ਗੈਲਰੀਜ਼ ਬਣੀਆਂ ਜਿੱਥੇ ਬਾਇਰ ਜਾਂਦੇ ਆ। ਬਾਇਰ ਕਹਿਣ ਦਾ ਮਤਲਬ ਐਲੀਟ ਕਲਾਸ, ਉੱਪਰਲੀ ਕਲਾਸ ਜਾਂਦੀ ਹੈ। ਉੱਥੇ ਗੈਲਰੀ ਬੁੱਕ ਕਰਾਉਣ ਦੇ ਪੈਸੇ ਕਿੰਨੇ ਲੱਗਦੇ ਆ ਜੀ? ਕੋਈ ਲਗਭਗ ਉਸ 20 ਸਾਲ ਪਹਿਲਾਂ 5 ਲੱਖ ਤੋਂ 10 ਲੱਖ। ਉਸ ਤੋਂ ਬਾਅਦ ਮੈਂ ਉਹਦਾ ਪ੍ਰਚਾਰ ਕਰੂੰ, ਉਹ ਵੀ ਮੈਂ ਨਹੀਂ ਕਰੂੰ, ਮੈਨੂੰ ਦਿੱਲੀ ਦਾ ਕੀ ਪਤਾ। ਪੀਆਰ ਕੰਪਨੀਜ਼ ਆ ਦਿੱਲੀ, ਉਹ ਪੀਆਰ ਕੰਪਨੀ ਤੁਹਾਡੇ ਤੋਂ ਪੈਸੇ ਲੈਂਦੀ ਵੀ ਤੁਹਾਨੂੰ, ਤੁਸੀਂ ਸਾਨੂੰ 15 ਲੱਖ ਦੇਣੇ ਆ, ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੈ। ਉਸ ਤੋਂ ਬਾਅਦ ਉਹ ਬੁਲਾਉਂਦੇ ਆ ਲੇਖਕਾਂ ਨੂੰ ਵੀ। ਤੇ ਸਾਡੇ ਜਿਹੜੇ ਮੈਗਜ਼ੀਨ ਆਰਟ ਦੇ ਇੰਗਲਿਸ਼ ਦੇ ਮੈਗਜ਼ੀਨ ਆਉਂਦੇ, ਉਹਦੇ ਵਿੱਚ ਜਿਹੜੇ ਲੇਖਕ ਆ ਉਹ ਵੀ ਸਾਰੇ ਵਿਕਾਊ ਹੈ, ਸਾਰੇ ਇਨ ਦਾ ਸੈਂਸ ਬਹੁਤ ਸਾਰੇ। ਉਹ ਪੈਸੇ ਲੈਂਦੇ ਸੀ। ਜਿਹੜਾ ਮੈਨੂੰ ਬੰਦੇ ਨੇ ਸਮਝਾਇਆ ਸੀ ਕਿ ਜਦੋਂ ਮੈਂ ਦਿੱਲੀ ਗਿਆ ਪ੍ਰਦਰਸ਼ਨੀ ਲਾਉਣ ਲਈ ਪਤਾ ਕਰ, ਮੈਨੂੰ ਜਿਹੜਾ ਉਹਨੇ ਸਾਰਾ ਸਿਸਟਮ ਦੱਸਿਆ ਸੀ ਕਿ 50,000 ਆ ਲੇਖਕ ਲਊਗਾ, ਆ ਲੇਖਕ 40,000 ਲੈਂਦਾ। ਇਹਨਾਂ ਨੂੰ ਬੁਲਾਉਣਾ, ਦਿੱਲੀ ਹੋਟਲ 'ਚ ਠਹਿਰਾਵਾਂਗੇ, ਉਹਨਾਂ ਨੂੰ ਵਧੀਆ ਦਾਰੂ ਪਿਆਉਣੀ ਹੈ। ਉਹ ਉਦੋਂ ਜਿੱਦਣ ਤੁਹਾਡੀ ਨੈਗੋਸ਼ੀਏਸ਼ਨ ਹੋਊਗੀ, ਪ੍ਰਦਰਸ਼ਨੀ ਦੇ ਉਦਘਾਟਨ ਹੋਊ, ਤੇ ਅਸੀਂ ਸਾਰੇ, ਸਾਡੀ ਜ਼ਿੰਮੇਵਾਰੀ ਹੈ ਜਿਹੜੀ ਐਲੀਟ ਕਲਾਸ ਹੈ ਨਾ, ਉੱਪਰਲੀ ਕਲਾਸ, ਉਹਨੂੰ ਅਸੀਂ ਬੁਲਾਵਾਂਗੇ ਐਜ਼ ਅ ਗੈਸਟ। ਉੱਥੇ ਅਸੀਂ ਵਧੀਆ ਟੌਪ ਦੀ 10,000 ਰੁਪਏ ਦੀ ਬੋਤਲ ਵਾਲੀ ਦਾਰੂ ਸਰਵ ਕਰਾਂਗੇ। ਉਦੋਂ ਬਾਅਦ ਛੋਟਾ ਛੋਟਾ ਲਾਉਣ ਤੋਂ ਬਾਅਦ ਫਿਰ ਵਿੱਚ ਜਿਹੜੇ ਰਾਈਟਰ ਆਏ ਆ, ਲੇਖਕ, ਉਹ ਵਿੱਚ ਗੱਲਾਂ ਮਾਰਨਗੇ ਤੁਹਾਡੇ ਬਾਰੇ। ਇਹ ਸਾਰਾ ਪਲਾਨਡ ਹੁੰਦਾ ਹੈ। ਉਹ ਤੁਹਾਡੇ ਬਾਰੇ ਡਿਸਕਸ ਕਰਨਗੇ ਕਿ ਦੇਖੋ ਜੀ ਬਹੁਤ ਕਮਾਲ, ਹੀ ਇਜ਼ ਐਕਚੁਅਲੀ ਗੋਇੰਗ ਟੂ ਰਾਈਜ਼ ਵੈਰੀ ਹਾਈ, ਮਤਲਬ ਇਸ ਤਰ੍ਹਾਂ ਦੀ ਅੰਗਰੇਜ਼ੀ ਵੀ ਐ ਹੋਣੀ ਚਾਹੀਦੀ। ਤੇ ਉਹ ਗੱਲਾਂ ਮਾਰਨਗੇ ਤਾਂ ਤੁਹਾਨੂੰ ਇਹ ਚੱਕਣਗੇ। ਉਸ ਤੋਂ ਬਾਅਦ ਫਿਰ ਤੁਹਾਡੀ ਇੱਕ ਪੇਂਟਿੰਗ ਘੁੰਮ ਕੇ ਆਊਗੀ, ਐ ਉੱਤੇ ਲਾਈਟ ਪਊਗੀ ਤੇ ਉਹ ਕਹਾਂਗੇ ਕਿ ਇਸ ਪੇਂਟਿੰਗ ਦੀ ਬੋਲੀ ਅਸੀਂ 1 ਲੱਖ ਤੋਂ ਸ਼ੁਰੂ ਕਰ ਰਹੇ ਹਾਂ। ਇਸ ਤਰ੍ਹਾਂ ਪੇਂਟਿੰਗ ਵਿਕੂਗੀ ਤੇ ਅਲਟੀਮੇਟਲੀ ਤੁਸੀਂ 20-25 ਲੱਖ ਰੁਪਇਆ ਲਾ ਕੇ ਤੁਸੀਂ ਇੱਥੋਂ 40 ਲੱਖ ਰੁਪਇਆ ਵੱਟ ਕੇ ਜਾਓਗੇ। ਫਿਰ ਤੁਸੀਂ ਐਲੀਟ ਕਲਾਸ ਦੇ ਚਿੱਤਰਕਾਰ ਬਣੋਗੇ। ਹੁਣ ਉਹਨਾਂ ਨੇ ਸਾਨੂੰ ਇੱਕ ਚੀਜ਼ ਪ੍ਰੈਜ਼ੈਂਟ ਕੀਤੀ, ਜਿਹੜੇ ਬਾਜ਼ਾਰ ਸੱਭਿਆਚਾਰ ਵਾਲੇ ਨੇ, ਸੋਸ਼ਲ ਮੀਡੀਆ, ਕਿ ਜਿਹੜੇ ਨੌਜਵਾਨ ਵਰਗ ਹੈ ਉਹਨੂੰ ਇੱਕ ਤਰ੍ਹਾਂ ਨਾਲ ਉਲਝਾਈਏ। ਨੌਜਵਾਨ ਵਰਗ ਕੀ ਪੂਰੀ ਦੁਨੀਆ ਨੂੰ ਉਲਝਾਈਏ, ਪਰ ਅਸੀਂ ਇਹਨੂੰ ਇਸਤੇਮਾਲ ਕਰਨਾ ਸ਼ੁਰੂ ਕਰਤਾ। ਜਿਵੇਂ ਟ੍ਰੇਨ ਅੰਗਰੇਜ਼ਾਂ ਨੇ ਆਪਦੇ ਕੰਮ ਲਈ ਲਿਆਂਦੀ ਸੀ, ਪਰ ਉਹਦਾ ਬਹੁਤ ਵੱਡਾ ਯੋਗਦਾਨ ਰਿਹਾ ਫ੍ਰੀडम ਸਟਰਗਲ 'ਚ ਵੀ। ਹੁਣ ਅਸੀਂ ਸੋਸ਼ਲ ਮੀਡੀਆ ਨੂੰ ਯੂਜ਼ ਕਰ ਰਹੇ ਹਾਂ। ਅੱਜ ਦੇ ਦੌਰ 'ਚ ਨਵਾਂ ਕੋਈ ਵੀ ਚਿੱਤਰਕਾਰ ਆਉਣਾ ਚਾਹੁੰਦਾ, ਉਹਦੇ ਲਈ ਬਹੁਤ ਸੋਹਣਾ ਪਲੇਟਫਾਰਮ ਪਿਆ, ਬਸ਼ਰਤੇ ਕਿ ਉਹ 'ਚ ਉਲਝਣ ਦੀ ਬਜਾਏ ਉਹਨੂੰ ਇਸਤੇਮਾਲ ਕਰੇ। ਪਹਿਲੀ ਗੱਲ ਤਾਂ ਆਪਦੀ ਗੱਲ ਕਹੂਗਾ ਸੋਸ਼ਲ ਮੀਡੀਆ ਤੇ, ਤਾਂ ਗੱਲ ਬਹੁਤ ਅੱਗੇ ਪਹੁੰਚੂਗੀ। ਮੈਂ ਸ਼ਾਮ ਨੂੰ ਪੇਂਟਿੰਗ ਪਾਉਣਾ, ਅਗਲੇ ਦਿਨ ਉਹਦੇ ਦੇਖਦਾ ਤਾਂ ਉਹਨੂੰ 2.5 ਲੱਖ ਦੇ ਕਰੀਬ ਬੰਦਾ ਵਿਊ ਕਰ ਚੁੱਕਿਆ ਹੁੰਦਾ।
ਜਿਵੇਂ ਉਹ ਗੱਲ ਕਹਿ ਰਹੇ ਸੀ ਕਿ ਪੂਰੀ ਕਹਾਣੀ ਪਾਉਣੇ ਆ ਤਾਂ ਅਗਲੇ ਮਿੰਟ ਉਹਨੂੰ ਵਾਓ ਲਿਖਿਆ ਆ ਜਾਂਦਾ, ਭਾਵੇਂ ਉਹਦੇ ਕਹਾਣੀ ਪੜ੍ਹੀ ਨਹੀਂ ਹੁੰਦੀ, 1 ਮਿੰਟ 'ਚ ਪੜ੍ਹ ਨਹੀਂ ਸਕਦਾ, ਪਰ ਚਿੱਤਰ ਤਾਂ 1 ਮਿੰਟ 'ਚ ਦੇਖਿਆ ਜਾ ਸਕਦਾ ਨਾ। ਤਾਂ 2.5 ਲੱਖ ਅਗਲੇ ਸਵੇਰ ਬੰਦਾ ਦੇਖ ਚੁੱਕਿਆ ਹੁੰਦਾ। ਗਰੰਟੀ ਹੈ ਮੇਰੀ 25 ਲੱਖ ਰੁਪਇਆ ਲਾ ਕੇ ਉਹ ਪ੍ਰਦਰਸ਼ਨੀ ਹਾਲ 'ਚ 2.5 ਲੱਖ ਬੰਦਾ 1 ਹਫ਼ਤੇ 'ਚ ਨਹੀਂ ਦੇਖ ਸਕਦਾ ਸੀ ਚਿੱਤਰ ਮੇਰਾ। ਪਰ ਹੁਣ ਮੇਰੇ ਵਰਗਾ ਇੱਕ ਮਕੈਨਿਕ ਦਾ ਮੁੰਡਾ ਜਿਹੜਾ ਸਰਕਾਰੀ ਸਕੂਲ 'ਚ ਪੜ੍ਹਿਆ ਤੇ ਜਿਹੜਾ ਪਬਲਿਕ ਦੀ ਗੱਲ ਕਰਦਾ, ਉਹਦੀ ਗੱਲ ਮਾਸਸ ਤੱਕ ਪਹਿਲੀ ਗੱਲ ਤਾਂ ਪਹੁੰਚ ਰਹੀ ਹੈ ਹਨਾ। ਮੈਨੂੰ ਇਹ ਸੌਖਾ ਸਾਧਨ ਲੱਗ ਰਿਹਾ। ਨੰਬਰ 2 ਵਿਕਣ ਦੀ ਗੱਲ ਹੈ। ਸਾਡੇ ਬਹੁਤ ਸਾਰੇ ਬੰਦੇ ਆ ਜਿਹੜੇ ਬਾਹਰ ਬੈਠੇ ਆ, ਚੰਗਾ ਕਮਾ ਰਹੇ ਆ, ਉਹ ਤੁਹਾਡੀ ਪੇਂਟਿੰਗ ਖਰੀਦਦੇ ਵੀ ਆ। ਉਹਨਾਂ ਨੂੰ ਜਿਹੜੇ ਵੀ ਨਵੇਂ ਐਂਟਰ ਹੋਣਾ ਚਾਹੁੰਦੇ ਆ ਇਸ ਫੀਲਡ 'ਚ, ਪਹਿਲੀ ਗੱਲ ਤਾਂ ਤੁਸੀਂ ਸਟੱਡੀ ਕਰੋ ਚੰਗੀ ਤਰ੍ਹਾਂ। ਸਿੱਧਾ ਯਕਦਮ ਕਈ ਮੈਨੂੰ ਇਹ ਵੀ ਕਹਿੰਦੇ ਆ ਫੋਨ ਕਰਕੇ ਜਾਂ ਮੈਸੇਜ ਕਰਕੇ ਵੀ ਸਾਡੀ ਪੇਂਟਿੰਗ ਵਿਖਵਾ ਦਿਓ। ਮੈਂ ਕਹਿੰਦਾ ਵੀ ਤੁਹਾਡੀ ਪੇਂਟਿੰਗ 'ਚ ਦਮ ਹੋਇਆ ਆਪੇ ਵਿਕ ਜਾਣੀ ਹੈ, ਉਹ ਕਿਸੇ ਨੂੰ ਨਹੀਂ ਕਹਿਣਾ ਪੈਣਾ ਤੁਹਾਨੂੰ। ਜਿਵੇਂ ਤੁਹਾਨੂੰ ਇਹਨਾਂ ਨੂੰ ਕਹਿ ਰਹੇ ਸੀ ਨਾ, ਸੁਖਰਾਜ ਨੇ ਦੱਸਦੇ ਕਿ ਮੇਰਾ ਰੂਬਰੂ ਕਰਾ ਦਿਓ ਜਾਂ ਮੇਰੀ ਕਿਤਾਬ ਵਿਕਦੀ ਨਹੀਂ ਪਈ। ਜੇ ਤੁਹਾਡੀ ਗੱਲ 'ਚ ਦਮ ਹੈ ਤਾਂ ਸੁਣੀ ਜਾਊਗੀ, ਤਾਂ ਪੇਂਟਿੰਗਾਂ ਵਿਕਦੀਆਂ। ਮੈਂ ਕੈਨੇਡਾ ਵੀ ਗਿਆ ਪ੍ਰਦਰਸ਼ਨੀ ਲਾਉਣ, ਅਮਰੀਕਾ ਗਿਆ ਜਾਂ ਆਸਟ੍ਰੇਲੀਆ ਗਿਆ ਸੀ। ਉੱਥੇ ਮੇਰੀ ਇੰਟਰਵਿਊਜ਼ ਜਿਹੜੀਆਂ ਰੇਡੀਓ ਤੇ ਹੋਈਆਂ ਜਾਂ ਟੀਵੀ ਤੇ, ਮੈਂ ਉਹਦੇ ਵਿੱਚ ਇੱਕੋ ਗੱਲ ਆਖੀ ਆਪਣੇ ਉੱਥੋਂ ਵਾਲੇ ਭਾਈਚਾਰੇ ਨੂੰ ਕਿ ਯਾਰ ਤੁਸੀਂ, ਮੈਂ ਦੇਖਿਆ ਇੱਥੇ $1 ਮਿਲੀਅਨ ਹਾਊਸਸ ਹੈ, ਐਡੇ ਵੱਡੇ ਵੱਡੇ ਘਰ ਤੁਸੀਂ ਖਰੀਦ ਲਏ, ਪਰ ਉਹਦੇ 'ਚ ਚਿੱਤਰ ਨਹੀਂ ਹੈਗੇ। ਚਿੱਤਰ ਨਕਲੀ ਤੁਸੀਂ ਚਾਈਨਾ ਵਾਲਿਆਂ ਤੋਂ ਖਰੀਦ ਕੇ ਲਾਇਆ ਜਾਂ ਬਾਜ਼ਾਰੂ ਪੋਸਟਰ ਲਾਇਆ। ਤੁਸੀਂ ਆਪਣੇ, ਮੈਂ ਓਪਨਲੀ ਇਹ ਗੱਲ ਕੀ ਕਿ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਮੇਰੀ ਪੇਂਟਿੰਗ ਖਰੀਦੋ ਨਾ। ਤੁਸੀਂ ਯਾਰ ਤੁਹਾਡੀ ਕੈਪੈਸਿਟੀ ਦੇ ਹਿਸਾਬ ਨਾਲ, ਜੇ ਤੁਹਾਨੂੰ ਲੱਗਦਾ ਕਿ ਮੈਂ ਮਹਿੰਗੀ ਵੇਚ ਰਿਹਾ ਤਾਂ 5000 ਰੁਪਏ ਦੀ ਵੀ ਬੱਚਾ ਵੇਚਣ ਨੂੰ ਤਿਆਰ ਹੈ ਯਾਰ। ਸਾਡਾ ਨੌਜਵਾਨ ਵਰਗ ਬੈਠਾ, ਬਹੁਤ ਵੱਡਾ ਵਰਗ ਬੈਠਾ ਜਿਹੜੇ ਸ਼ੌਂਕੀਆ ਕਰ ਰਹੇ ਆ, ਉਹਨਾਂ ਦੀਆਂ ਪੇਂਟਿੰਗਾਂ ਖਰੀਦੋ, ਨੈਟ ਤੋਂ ਚੈੱਕ ਕਰੋ। ਤੁਸੀਂ ਆਪਣੇ ਘਰ 'ਚ ਅਸਲ ਤਸਵੀਰਾਂ, ਅਸਲ ਹੱਥ ਦੀਆਂ ਬਣੀਆਂ ਤਸਵੀਰਾਂ ਲਾਓ, ਮਿਹਨਤ ਨਾਲ ਬਣੀਆਂ ਹੋਈਆਂ, ਤੇ ਉਹ ਕਾਫੀ ਇਸ ਗੱਲ ਨੂੰ ਰਿਸਪੌਂਸ ਵੀ ਮਿਲਿਆ। ਨਵੇਂ ਬੱਚੇ ਬਹੁਤ ਸਾਰੇ ਬਣਾ ਰਹੇ ਆ, ਵੇਚ ਰਹੇ ਆ, ਉਹ ਮਤਲਬ ਇਕਨੋਮਿਕਲੀ ਵੀ ਫਾਇਦਾ ਖੱਟ ਰਹੇ ਆ ਤੇ ਉਹ ਆਪਣੀ ਗੱਲ ਵੀ ਕਹਿ ਪਾ ਰਹੇ ਆ, ਉਹਨਾਂ ਦੀ ਗੱਲ ਵੀ ਸੁਣੀ ਜਾ ਰਹੀ ਹੈ। ਤਾਂ ਬਹੁਤ ਵਧੀਆ ਸਕੋਪ ਹੈ। ਮੈਂ ਨਹੀਂ ਕਹਿੰਦਾ ਕਿ ਆਓ ਨਾ ਤੇ ਇਹਦੇ ਵਿੱਚ ਮੇਰਾ ਕੰਪੀਟੀਟਰ ਕੋਈ ਖੜਾ ਹੋ ਜੂ, ਮੈਂ ਤਾਂ ਕਹਿੰਦਾ ਆਓ, ਮਜ਼ਾ ਆਊਗਾ, ਆਪਾਂ ਕੰਮ ਇਕੱਠੇ ਮਿਲ ਕੇ ਕਰਾਂਗੇ। ਅਗਲਾ ਸਵਾਲ ਬਾਈ ਜੀ ਹੈ, ਤੁਸੀਂ ਸਿੱਖ ਇਤਿਹਾਸ ਤੇ ਬਹੁਤ ਸਾਰਾ ਕੰਮ ਕਰ ਰਹੇ ਹੋ, ਜਿੰਨਾ ਕਿ ਮੈਂ ਤੁਹਾਡੇ ਬਾਰੇ ਸਟੱਡੀ ਕੀਤਾ ਸੀ। ਪਿਛਲੇ ਦਿਨਾਂ 'ਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਲੰਘ ਕੇ ਗਿਆ, ਉਹਦੇ 'ਚ PAU ਦਾ ਮੈਂ ਪੜ੍ਹਾਈ ਆ। ਉੱਥੇ ਸਵਰਨਜੀਤ ਛਵੀ ਜੀ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਸੀ। ਉਹਦੇ 'ਚ ਗੁਰੂ ਨਾਨਕ ਦੇਵ ਜੀ ਹਰੇਕ ਚਿੱਤਰ ਸੀ, ਭਾਈ ਮਰਦਾਨਾ ਜੀ ਸੀਗੇ, ਤੇ ਨਾਲ ਇੱਕ ਮੋਰ ਬਣਿਆ ਹੋਇਆ ਸੀ। ਤੇ ਫਿਰ ਉਹ ਐਕਸਾਈਟਡ ਸੀਗੇ, ਅਸੀਂ ਵੀ ਪੁੱਛੀਏ, ਨੰਬਰ ਲਿਆ ਕੇ ਤੋਂ ਛਵੀ ਜੀ ਦਾ ਸੀ, ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹ ਮੋਰ ਦਾ ਕੀ ਫੰਡਾ ਜੀ। ਉਹ ਕਹਿੰਦੇ ਵੀ ਜਿਹੜੇ ਬਾਲਾ ਜੀ ਦਿਖਾ ਰਹੇ ਆ ਨਾ ਕਥਾਵਾਂ 'ਚ ਗੁਰੂ ਨਾਨਕ ਦੇਵ ਜੀ ਨਾਲ, ਵੀ ਉਹ ਇੱਕ ਕਾਲਪਨਿਕ ਪਾਤਰ ਹੈ, ਇਤਿਹਾਸ 'ਚ ਉਹਨਾਂ ਦਾ ਕਿਤੇ ਜ਼ਿਕਰ ਨਹੀਂ ਮਿਲਦਾ ਹੈਗਾ। ਤੁਸੀਂ ਇਹਦੇ ਬਾਰੇ ਕੋਈ ਪੜ੍ਹਿਆ ਜਾਂ ਕੋਈ ਕਹਿਣਾ ਹੋਵੇ? ਬਿਲਕੁਲ, ਮੇਰਾ ਵੀ ਇਹੀ ਮੰਨਣਾ ਕਿ ਬਾਲਾ ਸੰਧੂ ਜ਼ਿਕਰ ਆਉਂਦਾ, ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਆਪਾਂ ਜਿਹਨੂੰ ਕਹਿ ਦਿੰਦੇ ਆ। ਜਨਮ ਸਾਖੀਆਂ ਪਹਿਲੀ ਗੱਲ ਇੱਕ ਨਹੀਂ ਕਈ ਆ ਹਨਾ, ਔਰ ਸਮਕਾਲੀ ਜਨਮ ਸਾਖੀ ਕੋਈ ਨਹੀਂ ਹੈਗੀ, ਬਿਲਕੁਲ ਸਮਕਾਲੀ, ਉਸ ਤੋਂ ਥੋੜਾ ਬਾਅਦ ਦੀਆਂ। ਔਰ ਜਨਮ ਸਾਖੀਆਂ ਨੂੰ ਅਸੀਂ ਜਦੋਂ ਪੜ੍ਹਦੇ ਆ ਤਾਂ ਉਹ ਗੁਰਬਾਣੀ ਨਹੀਂ ਹੈ, ਉਹਨੂੰ ਅਸੀਂ ਛਾਨਣੀ ਲਾ ਕੇ ਪੜ੍ਹਨਾ ਚਾਹੀਦਾ। ਇਸ ਤਰ੍ਹਾਂ ਦਾ ਜਿਹੜਾ ਵੀ ਆਪਣੇ ਕੋਲ ਲਿਟਰੇਚਰ ਹੈ, ਉਹ 'ਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ, ਪਰ ਪੂਰਾ ਇੰਨ ਬਿੰਨ ਸੱਚ ਨਹੀਂ ਮੰਨ ਲੈਣਾ ਚਾਹੀਦਾ। ਜਦੋਂ ਅਸੀਂ ਪ੍ਰਾਤਨ ਜਨਮ ਸਾਖੀ ਜਿਵੇਂ ਪੜ੍ਹਦੇ ਆ, ਉਹਦੇ 'ਚ ਪਹਿਲਾ ਚੈਪਟਰ ਪੂਰਾ ਪੰਡਤਾਂ ਦੀ ਵਡਿਆਈ 'ਚ ਹੀ ਹੈ ਕਿ ਜੀ ਫਲਾਨਾ, ਗੁਰੂ ਸਾਹਿਬ ਕਹਿੰਦੇ ਆ ਭਾਈ ਲੈਣਾ ਜੀ, ਗੁਰੂ ਅੰਗਦ ਦੇਵ ਜੀ, ਕਿ ਭਾਈ ਕੋਈ ਮੈਨੂੰ ਨਾਨਕ ਦੀ ਜਨਮ ਪੱਤਰੀ ਲਿਆ ਕੇ ਦੇਵੋ। ਤੇ ਉਹ ਜਨਮ ਪੱਤਰੀ ਕੌਣ ਬਣਾਉਂਦਾ? ਫਲਾਨਾ ਪੰਡਤ ਜੀ, ਉਹ ਬਹੁਤ ਵਧੀਆ ਪੰਡਤ ਹੈ, ਵਧੀਆ ਜਨਮ ਪੱਤਰੀ ਬਣਾਉਂਦਾ, ਵੀ ਕੋਈ ਉਹਨੂੰ ਲਿਆ ਦੇ। ਤੇ ਉਹ ਫਿਰ ਪੰਡਤ ਨੂੰ ਸੱਦਿਆ ਜਾਂਦਾ, ਉਹਨੂੰ ਬੇਨਤੀ ਕਰਦੇ ਆ ਗੁਰੂ ਸਾਹਿਬ। ਪੰਡਤ ਫਿਰ ਜਾ ਕੇ ਜਿਹੜੇ ਮਹਿਤਾ ਕਾਲੂ ਜੀ, ਉਹਨਾਂ ਦਾ ਭਰਾ ਮਹਿਤਾ ਲਾਲੂ ਜੀ, ਉਹਨਾਂ ਦੇ ਘਰੋਂ ਜਨਮ ਪੱਤਰੀ ਲੈ ਕੇ ਆਉਂਦੇ ਆ। ਤਾਂ ਮਤਲਬ ਇਹਦੇ ਵਿੱਚ ਬਹੁਤ ਸਾਰੀ ਬਾਤ ਦੇ ਵਿੱਚ ਮਿਲਾਵਟ ਹੈ। ਮਿਲਾਵਟ ਕੀ ਲੇਖਕ ਦੇ ਹਿਸਾਬ ਨਾਲ ਹੈ। ਜਦੋਂ ਲੇਖਕ ਲਿਖਦਾ ਕੋਈ ਵੀ ਜਨਮ ਸਾਖੀ ਤਾਂ ਉਹ ਆਪਣੇ ਹਿਸਾਬ ਨਾਲ ਲਿਖਦਾ। ਜਿਵੇਂ ਪਹਿਲੀਆਂ ਜਿਹੜੀਆਂ ਜਨਮ ਸਾਖੀਆਂ ਅਸਲ 'ਚ ਬੁੱਧ ਤੋਂ ਸ਼ੁਰੂ ਹੁੰਦੀਆਂ। ਸਾਖੀ ਸ਼ਬਦ ਹੀ ਪਾਲੀ ਭਾਸ਼ਾ ਦਾ ਸ਼ਬਦ ਹੈ। ਸਾਖੀ ਮਤਲਬ ਗਵਾਹ,
ਤੇ ਪਹਿਲੀਆਂ ਜਨਮ ਸਾਖੀਆਂ ਬੁੱਧ ਦੀਆਂ। ਹੁਣ ਬੁੱਧ ਦੀਆਂ ਜਨਮ ਸਾਖੀਆਂ ਅਸਲ ਦੇ ਵਿੱਚ ਜਨਮ ਸਾਖੀਆਂ ਨਹੀਂ ਸੀ, ਉਹ ਮੋਰਲ ਲੈਸਨ ਸੀਗੇ। ਮੋਰਲ ਲੈਸਨ ਸੀ ਕਿ ਹਰ ਵਾਰ ਕੋਈ ਗੱਲ ਕਹਿਣੀ ਚਾਹੁੰਦਾ ਬੁੱਧ ਤੇ ਉਹ ਕਿਸੇ ਬਿੰਬ ਦੇ ਨਾਲ ਗੱਲ ਕਹਿੰਦਾ। ਜਿਵੇਂ ਇੱਕ ਮਹਾਕਵੀ ਜਾਤਕ, ਵੱਡਾ ਕੋਈ ਬਾਂਦਰ ਸੀਗਾ ਵੱਡੇ ਸਾਈਜ਼ ਦਾ, ਉਹਦੀ ਕਹਾਣੀ ਕਹਿੰਦਾ ਬੁੱਧ। ਉਹ ਕਹਿੰਦਾ ਕਿ ਬਾਂਦਰ ਸੀ, ਉਹ ਨਦੀ ਪਾਰ ਕਰ ਰਿਹਾ ਸੀ ਤੇ ਉਹਦੀ ਪੂਰੀ ਨਾਲ ਉਹਦਾ ਕਬੀਲਾ ਸੀ ਤੇ ਰਾਜੇ ਦੀ ਫੌਜ ਆ ਗਈ ਤੇ ਉਹ ਸ਼ਿਕਾਰ ਖੇਡ ਰਹੀ ਸੀ ਤੇ ਉਹ ਮਾਰਨ ਲੱਗੇ ਤੀਰ। ਤੇ ਬਾਂਦਰ ਕਿਉਂਕਿ ਨਦੀ ਦੇ ਦੋਨੇ ਪਾਸੇ ਉਹਦੇ ਹੱਥ ਪਹੁੰਚ ਗਏ ਸੀ, ਉਹਨੇ ਦੋਨੇ ਪਾਸੇ ਦਰਖਤ ਨੂੰ ਫੜ ਲਿਆ ਤੇ ਉਹਦੀ ਬਾਕੀ ਦੇ ਉਹਦੇ ਜਿਹੜੇ ਮੈਂਬਰ, ਫੈਮਿਲੀ ਮੈਂਬਰ, ਉਹਦੇ ਕਬੀਲੇ ਦੇ ਮੈਂਬਰ ਉਹਦੇ ਉੱਤੋਂ ਦੀ ਟੱਪਣ ਲੱਗ ਗਏ। ਰਾਜੇ ਦੀ ਸੈਨਾ ਨੇ ਉਹਦੇ ਤੀਰ ਮਾਰੇ ਤੇ ਉਹ ਤੀਰ ਵੱਜੀ ਗਈ ਪਰ ਉਹਨੇ ਟਾਹਣ ਛੱਡਿਆ ਨਹੀਂ। ਜਦੋਂ ਸਾਰੇ ਲੋਕ ਟੱਪ ਗਏ, ਉਹਦੇ ਸਾਰੇ ਬਾਕੀ ਦੇ ਬਾਂਦਰ ਟੱਪ ਗਏ, ਤਾਂ ਉਹ ਦਰਖਤ ਛੱਡਦਾ ਤੇ ਰਾਜੇ ਵਾਲੇ ਪਾਸੇ ਆ ਕੇ ਡਿੱਗ ਜਾਂਦਾ। ਤੇ ਰਾਜਾ ਫਿਰ ਉਹਨੂੰ ਪੁੱਛਦਾ ਕਿ ਬਈ ਤੂੰ ਇਹ ਕਿਉਂ ਕੀਤਾ, ਤੂੰ ਤਾਂ ਆਪ ਮਰ ਗਿਆ, ਆਪਦੇ ਬੰਦੇ ਟਪਾਤੇ, ਤੈਨੂੰ ਟੱਪ ਜਾਣਾ ਚਾਹੀਦਾ ਸੀ। ਉਹ ਕਹਿੰਦਾ ਨਹੀਂ ਰਾਜਨ, ਮੈਂ ਇਹਨਾਂ ਦਾ ਰਾਜਾ ਹਾਂ ਤੇ ਰਾਜੇ ਦਾ ਮਤਲਬ ਹੁੰਦਾ ਪਾਲਕ, ਪਿਤਾ, ਤੇ ਮੈਂ ਇਹਨਾਂ ਦਾ ਪਿਤਾ ਵੀ ਹਾਂ ਤੇ ਮੈਂ ਇੱਕ ਪਿਤਾ ਆਪਦੇ ਬੱਚੇ ਨੂੰ ਨਹੀਂ ਮਰਨ ਦਊਗਾ, ਆਪ ਮਰੂਗਾ। ਤੇ ਹੇ ਰਾਜਨ, ਕਹਿੰਦਾ ਤੂੰ ਸਾਡਾ ਸਾਰਿਆਂ ਦਾ ਪਿਤਾ ਸੀ, ਤੇਰੇ ਰਾਜ ਦੇ ਵਿੱਚ ਸਿਰਫ ਮਨੁੱਖ ਨਹੀਂ ਆਉਂਦੇ, ਜੀਵ ਜੰਤੂ ਵੀ ਆਉਂਦੇ ਆ ਤੇ ਤੇਰਾ ਕੰਮ ਸਾਨੂੰ ਮਾਰਨਾ ਨਹੀਂ, ਸਾਨੂੰ ਬਚਾਉਣਾ, ਸਾਨੂੰ ਪਾਲਣਾ। ਹੁਣ ਇੱਥੇ ਉਹ ਰਾਜਾ ਚਲੋ ਮੰਨ ਜਾਂਦਾ ਤੇ ਉਹਦੇ ਪੈਰੀਂ ਹੱਥ ਲਾਉਂਦਾ ਬਾਂਦਰ ਦੇ ਤੇ ਉਹ ਤੋਂ ਸਿੱਖਿਆ ਮਿਲਦੀ ਹੈ। ਹੁਣ ਇਹ ਜਨਮ ਸਾਖੀ ਹੈ ਹਨਾ, ਇੱਥੇ ਖਤਮ ਹੋ ਜਾਂਦੀ ਹੈ ਮਹਾਕਵੀ ਜਾਤਕ, ਜਾਤਕ ਕਥਾਵਾਂ ਕਹਿੰਦੇ ਇਹਨੂੰ। ਹੁਣ ਇਹਨੂੰ ਕੀ ਬਣਾਤਾ ਉਹਨਾਂ ਨੇ ਕਿ ਬੁੱਧ, ਬੁੱਧ ਦਾ ਮਤਲਬ ਕੋਈ ਵਿਅਕਤੀ ਥੋੜੀ ਹੈ, ਬੁੱਧ ਦਾ ਮਤਲਬ ਹੈ ਇੱਕ ਸਟੇਟ, ਮਾਈਂਡ ਦੀ ਇੱਕ ਅਵੇਅਰ ਅਲਰਟ ਸਟੇਟ। ਹੁਣ ਬੁੱਧ ਹੋ ਗਿਆ ਬਾਂਦਰ, ਉੱਥੇ ਬੁੱਧ ਹੋ ਗਿਆ, ਪਰ ਉਹਦੇ ਚੇਲਿਆਂ ਨੇ ਕੀ ਬਣਾਤਾ ਕਿ ਬੁੱਧ ਇੱਕ ਜਨਮ ਦੇ ਵਿੱਚ ਬਾਂਦਰ ਹੁੰਦਾ ਸੀ। ਮਹਾਤਮਾ ਬੁੱਧ ਆਪਣੇ ਇੱਕ ਜਨਮ ਦੇ ਵਿੱਚ ਬਾਂਦਰ ਹੁੰਦਾ ਸੀ ਤੇ ਉਸ ਜਨਮ ਦੀ ਕਹਾਣੀ ਹੈ। ਉਵੇਂ ਅਸੀਂ ਜਨਮ ਸਾਖੀਆਂ ਨੂੰ ਮੋਰਲ ਲੈਣ ਦੀ ਬਜਾਏ ਐ ਮੰਨ ਲੈਨੇ ਕਿ ਵੀ ਉਹ ਮਗਰਮੱਛ ਨੇ ਮੂੰਹ ਖੋਲਿਆ, ਵਿੱਚੋਂ 36 ਪ੍ਰਕਾਰ ਦੇ ਭੋਜਨ ਪਏ ਸੀ ਤੇ ਮਰਦਾ, ਗੁਰੂ ਸਾਹਿਬ ਨੇ ਕਿਹਾ ਲੈ ਮਰਦਾਨਿਆ ਖਾ ਕੀ ਖਾਣਾ। ਉਹ ਅਸੀਂ ਉਹਦੇ ਪਿੱਛੇ ਨਹੀਂ ਜਾਂਦੇ, ਠੀਕ ਹੈ। ਕਈ ਵਾਰ ਇਸ ਤਰ੍ਹਾਂ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੀਆਂ, ਇਕੱਲੇ ਭਾਈ ਬਾਲੇ ਵਾਲੀ ਨਹੀਂ, ਬਹੁਤ ਸਾਰੀਆਂ ਹੋਰ ਕਲਪਨਾਵਾਂ, ਹੋਰ ਧਾਰਨਾਵਾਂ ਵੀ ਬਾਅਦ ਦੇ ਵਿੱਚ ਸ਼ਾਮਲ ਹੋਈਆਂ। ਠੀਕ ਹੈ ਜੀ। ਅੱਗੇ ਆਪਣਾ ਵਿਸ਼ਾ ਵੀਰ ਜੀ ਅਸੀਂ ਕਲਾ ਤੇ ਸਮਾਜ ਬਾਰੇ ਆ। ਜੀ ਜੀ। ਮੇਰਾ ਇੱਕ ਸਵਾਲ ਆ ਵੀ ਕੁਝ ਸਾਲ ਪਹਿਲਾਂ ਆਪਣੇ ਬਠਿੰਡੇ ਕਿਸਾਨੀ ਸੰਘਰਸ਼ ਸ਼ੁਰੂ ਹੋਇਆ। ਜੀ ਜੀ। ਤੇ ਉਹ ਬਹੁਤ ਹੀ ਸਿਖਰ ਦਾ ਸੰਘਰਸ਼ ਸੀ ਜੀ। ਮੈਨੂੰ ਇਹ ਲੱਗਦਾ ਰਹਿੰਦਾ ਵੀ ਜਿਹੜੇ ਸਾਡੇ ਸਮਾਜ ਦੇ ਬੁੱਧੀਜੀਵੀ ਵਰਗ ਉਸ ਟਾਈਮ ਜਿਹਨੂੰ ਸਮਰਥਨ ਕਰਦੇ, ਖਾਸ ਕਰਕੇ ਅਸੀਂ ਜਿਹੜੇ ਕਲਾਕਾਰ ਆ, ਲੇਖਕ ਆ, ਉਹ ਉਸ ਟਾਈਮ ਸੰਗਰੂਰ ਆਪਦੀਆਂ ਚੋਣਾਂ ਦੀਆਂ ਲੜਾਈਆਂ 'ਚ ਹੋਏ ਸੀਗੇ। ਉਹਨਾਂ ਦਿਨਾਂ 'ਚ ਮੈਂ ਕਵਿਤਾ ਵੀ ਲਿਖੀ ਸੀ ਕਿ ਤੂੰ ਸੰਗਰੂਰ ਨਾ ਜਾਵੀਂ, ਕਾਫੀ ਪਪੂਲਰ ਹੋਈ ਸੀ। ਤੇ ਇਹ ਤੁਹਾਨੂੰ ਕੀ ਲੱਗਦਾ ਵੀ ਜੇ ਉਹ ਸੰਘਰਸ਼ ਨੂੰ ਸਾਰੇ ਸਮਰਥਨ ਦਿੰਦੇ ਤਾਂ ਨਾ ਤਾਂ ਦਿੱਲੀ 'ਚ ਆਪਾਂ ਨੂੰ ਅੱਜ ਬੈਠੇ ਹੋਣਾ ਚਾਹੀਦਾ ਸੀ, ਨਾ ਸ਼ਾਇਦ ਸਰਕਾਰ ਵੀ ਕਾਨੂੰਨ ਨਾ ਪਾਸ ਕਰ। ਜਿਹੜੀ ਉਸ ਸੰਘਰਸ਼ 2015 ਦੀ ਗੱਲ ਕਰ ਰਹੇ ਹੋ ਤੁਸੀਂ ਜੀ। ਬਠਿੰਡੇ ਹੀ ਉਹ ਮੁੱਢ ਵੱਜਿਆ ਸੀ ਸੰਘਰਸ਼ ਦਾ ਤੇ ਬਠਿੰਡੇ ਹੀ ਸਭ ਤੋਂ ਵੱਡਾ ਧਰਨਾ ਰਜਿੰਦਰਾ ਕਾਲਜ ਆ ਉਹਦੇ ਸਾਹਮਣੇ ਲੱਗਿਆ ਸੀ। ਪੰਜਾਬ ਦੀਆਂ 11 ਕਿਸਾਨ ਯੂਨੀਅਨਾਂ ਤੇ 14 ਮਜ਼ਦੂਰ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੋਈਆਂ ਸੀ। ਮੈਂ ਖੁਦ ਉਹਦਾ ਹਿੱਸਾ ਰਿਹਾ ਮੋਰਚੇ ਦਾ। ਮੇਰੇ ਮਾਤਾ ਦੀ ਪਹਿਲੀ ਬਰਸੀ ਸੀਗੀ ਉਦੋਂ ਤੇ ਉਹਦਾ ਲੰਗਰ ਮੈਂ ਉੱਥੇ ਮੋਰਚੇ 'ਚ ਛਕਾ ਕੇ ਆਇਆ ਸੀ। ਉਦੋਂ ਇਹ ਦਿੱਕਤ ਰਹੀ ਹੈ। ਪਹਿਲੀ ਗੱਲ ਤਾਂ ਉਦੋਂ ਸਾਰੀਆਂ ਕਿਸਾਨ ਯੂਨੀਅਨਾਂ ਨਹੀਂ ਸ਼ਾਮਲ ਹੋਈਆਂ ਉਹਦੇ ਵਿੱਚ। ਉਗਰਾਹਾਂ ਮੇਨ ਸੀ। ਹਾਂਜੀ, ਉਗਰਾਹੀ ਮੇਨ ਸੀ ਉੱਥੇ। ਬਾਕੀ ਸਾਰੀਆਂ ਕਿਸਾਨ ਯੂਨੀਅਨਾਂ ਨੇ ਸਾਥ ਨਹੀਂ ਦਿੱਤਾ, ਸਾਰੀਆਂ ਮਜ਼ਦੂਰ ਜਥੇਬੰਦੀਆਂ ਨੇ ਨਹੀਂ ਸਾਥ ਦਿੱਤਾ ਤੇ ਈਵਨ ਜਿਹੜਾ ਬੁੱਧੀਜੀਵੀ ਵਰਗ ਹੈ ਉਹ ਵੀ ਉੱਥੇ ਨਹੀਂ ਪਹੁੰਚਿਆ। ਹੁਣ ਜਿਹੜੀ ਖੂਬਸੂਰਤੀ ਇਸ ਸੰਘਰਸ਼ ਦੀ, ਪ੍ਰੈਜ਼ੈਂਟ ਸੰਘਰਸ਼ ਦੀ ਇਹ ਹੈ, ਜਿਹੜੀ ਮੈਂ ਪਹਿਲਾਂ ਵੀ ਗੱਲ ਕਈ ਵਾਰ ਇਹ ਕਹੀ ਹੈ ਕਈ ਸਟੇਜਾਂ ਤੋਂ, ਕਿ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜਾਂ ਪੰਜਾਬ ਚੋਂ ਨਿਕਲਿਆ ਹੋਇਆ ਉਹ ਸੰਘਰਸ਼ ਕਾਮਯਾਬ ਹੋਊ ਜਿਹੜੀਆਂ ਯੂਨੀਅਨ ਹੈ ਉਹ ਤਾਂ ਧਰਨੇ ਤੇ ਬੈਠੀਆਂ ਹੋਣਗੀਆਂ ਤੇ ਲੰਗਰ ਗੁਰਦੁਆਰੇ ਚੋਂ ਆ ਰਿਹਾ ਹੋਊਗਾ। ਉਹ ਜਿਹੜੀ ਪਰੰਪਰਾ ਹੈ ਨਾ ਸਾਡੀ, ਉਹ ਪਰੰਪਰਾ ਕਾਮਯਾਬ ਬਣਾਊਗੀ ਸਾਨੂੰ। ਤੇ ਹੁਣ ਉਵੇਂ ਚੱਲ ਰਿਹਾ। ਉੱਥੇ ਤੁਸੀਂ ਦੇਖੋ ਜਦੋਂ ਕੋਈ ਬੈਰੀਕੇਡ ਚੱਕਦੇ ਆ ਤਾਂ ਉਦੋਂ ਜਕਾਰਾ ਲਾ ਕੇ ਬੈਰੀਕੇਡ ਚੱਕਿਆ ਜਾਂਦਾ ਹਨਾ। ਉੱਥੇ ਮਿਲਿਆ ਜੁਲਿਆ ਇੱਕ ਪ੍ਰਭਾਵ ਚੱਲ ਰਿਹਾ।
ਔਰ ਉਹ ਕਾਮਯਾਬ ਵੀ ਚੱਲ ਰਿਹਾ। ਬਸ ਸੰਜਮ ਦੀ ਤੇ ਸਿਆਣਪ ਦੀ ਜ਼ਰੂਰਤ ਹੈ, ਇਹਨੂੰ ਵਿਗਾੜਿਆ ਨਾ ਜਾਵੇ, ਬਸ ਫਿਰ ਕੋਈ ਵੀ ਸੰਘਰਸ਼ ਕਾਮਯਾਬ ਹੋ ਸਕਦਾ ਜੀ। ਗੁਰਪ੍ਰੀਤ ਜੀ, ਮੈਂ ਜਦੋਂ ਪੋਸਟਰ ਆਪਣਾ ਸਰਤਾਜ ਉਹਨਾਂ ਨੇ ਭੇਜਿਆ ਮੇਲੇ ਦੀ ਪ੍ਰਮੋਸ਼ਨ ਵਾਸਤੇ, ਬਹੁਤ WhatsApp ਗਰੁੱਪ Facebook ਤੇ ਭੇਜਿਆ, ਲੋਕਾਂ ਤੋਂ ਸਵਾਲ ਵੀ ਮੰਗੇ ਸੀ ਤੇ ਜ਼ਿਆਦਾਤਰ ਸਵਾਲ ਮੇਰੇ ਜਿਹੜੇ ਹੈਗੇ ਉਹ ਸਮਾਜੀ ਆਏ ਆ। ਅਗਲਾ ਇੱਕ ਸਵਾਲ B.Ed ਤੇ ਟੈਟ ਪਾਸ ਸਾਥੀਆਂ ਦਾ ਸੀਗਾ ਜਿਹੜੇ ਬੇਰੁਜ਼ਗਾਰ ਨੇ, ਉਹਨਾਂ ਚੋਂ ETT ਵਾਲੇ ਵੀਰ ਜੀ ਸੀਗੇ ਜਿਹੜੇ ਸੁਰਿੰਦਰਪਾਲ 135 ਦਿਨ ਟਾਵਰ ਤੇ ਰਹੇ, ਉਹਨਾਂ ਬਾਰੇ ਚਰਨਜੀਤ ਭੁੱਲਰ ਜੀ ਨੇ ਵੀ ਆਰਟੀਕਲ ਲਿਖਿਆ ਸੀਗਾ ਵੀ ਇਸ ਟਾਵਰ ਤੋਂ ਮੋਤੀ ਮਹਿਲ ਦਿਖਦਾ ਹੈ। ਤੇ ਦੂਸਰਾ ਹੁਣ ਵੀਰ ਹੈ ਮਨੀਸ਼ ਡਾਕੇਵਾਲ, ਉਹਨਾਂ ਨੂੰ ਲਗਭਗ 70 ਦਿਨ ਹੋ ਗਏ ਟੈਂਕੀ ਤੇ ਚੜਿਆ ਨੂੰ, ਤੇ ਉਹਨਾਂ ਦਾ ਤੁਹਾਡੇ ਤੇ ਗਿਲਾ ਵੀ ਤੁਸੀਂ ਉਹਨਾਂ ਦੀ ਆਵਾਜ਼ ਬਣ ਕੇ ਨਹੀਂ ਉੱਭਰੇ। ਨਹੀਂ, ਐਸੀ ਗੱਲ ਨਹੀਂ। ਮੈਂ ਜਦੋਂ ਲਾਠੀ ਚਾਰਜ ਹੋਇਆ ਉਹਦੇ ਤੇ ਮੈਂ ਸਿੱਧਾ ਡਾਇਰੈਕਟ ਸਰਕਾਰ ਨੂੰ ਵਿਗਾੜ ਦਾ ਚਿੱਤਰ ਬਣਾਇਆ ਸੀ, ਜਿੱਥੇ ਨੌਜਵਾਨ ਅਧਿਆਪਕ ਦੀ ਪੁਲਪੜੀ ਚੋਂ ਖੂਨ ਸਿਮ ਰਿਹਾ ਤੇ ਪਿੱਛੇ ਕੈਪਟਨ ਗੁਟਕਾ ਸਾਹਿਬ ਦੀ ਸਹੁੰ ਖਾਂਦਾ ਹੋਇਆ ਦਿਖਾਇਆ, ਚੱਕਦਾ ਹੋਇਆ ਜੀ। ਤਾਂ ਉਹ ETT ਵਾਲੇ ਅਧਿਆਪਕਾਂ ਲਈ ਸੀਗਾ ਪੇਂਟਿੰਗ। ਪਰ ਇਹ ਕਿਉਂਕਿ ਤੁਹਾਡੇ ਕੋਲੇ ਸਮਾਂ ਲਿਮਟਿਡ ਹੁੰਦਾ, ਮੈਂ ਜੌਬ ਵੀ ਕਰਦਾ, ਪਰਿਵਾਰ ਵੀ ਹੈ ਤੇ ਪੇਂਟਿੰਗ ਵੀ ਕਰਦਾ, ਤਾਂ ਹਰ ਵਿਸ਼ੇ ਨੂੰ ਬਣਾ ਪਾਉਣਾ, ਇੱਕ ਵਿਅਕਤੀਗਤ ਵਿਸ਼ੇ ਨੂੰ ਬਣਾ ਪਾਉਣਾ ਪੋਸੀਬਲ ਨਹੀਂ ਹੋ ਪਾਉਂਦਾ। ਇੱਕ ਸਾਂਝੀ ਜੀ ਪੇਂਟਿੰਗ ਬਣ ਜਾਂਦੀ ਹੈ, ਉਹਨਾਂ ਕੁ ਪੋਸੀਬਲ ਹੋ ਪਾਉਂਦਾ। ਜੀ ਜੀ। ਵੈਸੇ ਅੱਜ ਇਸ ਮੰਚ ਤੋਂ ਮੈਂ ਇੱਕ ਬੇਨਤੀ ਵੀ ਕਰਾਂਗਾ, ਇਹ B.Ed ਟੈਟ ਪਾਸ ਵਾਲੇ ਸਾਰੇ ਆਮ ਘਰਾਂ ਦੇ ਬੱਚੇ ਨੇ, ਉਹਨਾਂ ਨੇ ਨਵੇਂ ਮੁੱਖ ਮੰਤਰੀ ਚੰਨੀ ਜੀ ਦੇ ਬਾਅਦ 'ਚ ਧਰਨਾ ਲਾਇਆ ਸੀ। ਉਹ ਧਰਨਾ ਸਰਕਾਰ ਦੇ ਪੱਟਣ ਤੋਂ ਪਹਿਲਾਂ ਉਹਨਾਂ ਨੂੰ ਆਰਥਿਕ ਇੰਨੀ ਤੰਗੀ ਆ ਗਈ ਵੀ ਉਹਨਾਂ ਨੂੰ ਧਰਨਾ ਛੱਡਣਾ ਪਿਆ। ਤੇ ਆਪ ਸਭ ਨੂੰ ਬੇਨਤੀ ਆ ਵੀ ਇਹਨਾਂ ਸਾਥੀਆਂ ਦੀ ਵੀ ਜਿੰਨੀ ਆਰਥਿਕ ਮਦਦ ਹੁੰਦੀ ਹੈ ਨਾ ਕਰੋ, ਆਪਾਂ ਹਰੇਕ ਸਮਾਜਿਕ ਪੱਖ ਲਈ ਫੰਡਿੰਗ ਕਰਦੇ ਆ। ਤੇ ਬਾਈ ਜੀ ਤੁਹਾਨੂੰ ਵੀ ਬੇਨਤੀ ਕਰੂੰਗਾ ਜੇ ਤੁਹਾਡੇ ਕੋਲੇ ਕੋਈ ਆਉਂਦਾ। ਬਿਲਕੁਲ ਬਿਲਕੁਲ, ਮੈਂ ਉਹਨਾਂ ਦਾ ਇੱਥੋਂ ਹੀ ਸਟੇਜ ਤੋਂ ਪੁਰਜੋਰ ਸਮਰਥਨ ਕਰਦਾ। ਸਾਰੇ ਦੋਸਤਾਂ ਨੂੰ ਵੀ ਰਿਕੁਐਸਟ ਕਰਦਾ ਕਿ ਇਹ ਜਿੰਨੇ ਵੀ ਸੰਘਰਸ਼ ਕਰ ਰਹੇ ਸਾਥੀ ਹੈ, ਨਾ ਸਿਰਫ ਉਹ ETT ਵਾਲੇ, ਰੋਡਵੇਜ ਵਾਲੇ ਕਾਮੇ ਵੀ, ਤੇ ਸਾਰੇ ਉਹਨਾਂ ਦੀ ਆਵਾਜ਼ 'ਚ ਆਵਾਜ਼ ਬੁਲੰਦ ਕਰੀਏ ਜੀ। ਧੰਨਵਾਦ ਇਸ ਪੁਰਜੋਰ ਵਾਸਤੇ। ਅੱਗੇ ਬਾਈ ਜੀ ਸਵਾਲ ਆ ਬਈ, ਇੱਕ ਚਿੱਤਰਕਾਰ ਕਿਸੇ ਗਰੀਬ ਬੰਦੇ ਨੂੰ ਵੇਖ ਕੇ ਚਿੱਤਰ ਬਣਾ ਲੈਂਦਾ ਜੀ, ਉਹ ਚਿੱਤਰ ਲੱਖਾਂ ਰੁਪਈਆਂ 'ਚ ਵਿਕ ਜਾਂਦਾ ਜੀ ਜੀ ਜੀ, ਪਰ ਉਹ ਗਰੀਬ ਦਾ ਉਹਨੂੰ ਕੀ ਫਾਇਦਾ ਹੁੰਦਾ ਹੈ? ਇਹ ਬਿਲਕੁਲ ਗੱਲ ਤੁਹਾਡੀ ਦਰੁਸਤ ਹੈ। ਇਸ ਤਰ੍ਹਾਂ ਹੁੰਦਾ ਰਿਹਾ, ਹੋ ਵੀ ਰਿਹਾ। ਫੋਟੋਆਂ ਖਾਸ ਤੌਰ ਤੇ ਜਿਹੜੀਆਂ ਕੈਮਰਾ ਫੋਟੋਗ੍ਰਾਫੀ ਇਸ ਤਰ੍ਹਾਂ ਦੀ ਹੁੰਦੀ ਰਹੀ ਹੈ, ਉਹ ਬਾਹਰ ਵਿਕਦੀ ਵੀ ਰਹੀ ਹੈ। ਪਰ ਮੈਨੂੰ ਲੱਗਦਾ ਹੁੰਦਾ ਕਿ ਜਿਹੜੇ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਲੋਕ ਉਹਨੂੰ ਜਦੋਂ ਤੱਕ ਮੰਨਣਾ ਤੇ ਸਮਝਣਾ ਨਹੀਂ ਸ਼ੁਰੂ ਕਰਦੇ, ਉਸ ਗੱਲ ਕੀਤੀ ਦਾ ਕੋਈ ਫਾਇਦਾ ਨਹੀਂ। ਮੈਂ ਉਹਨਾਂ ਚਿੱਤਰਾਂ ਨੂੰ, ਉਹਨਾਂ ਫੋਟੋਗ੍ਰਾਫਸ ਨੂੰ ਨਕਾਰਦਾ। ਮੇਰਾ ਚਿੱਤਰ ਜੇ ਦਿੱਲੀ ਬਾਰਡਰ ਤੇ ਮੈਂ ਪ੍ਰਦਰਸ਼ਨੀ ਲਾਈ, ਉੱਥੇ ਇੱਕ ਪਿੰਡ ਦੇ ਦੋ ਬਜ਼ੁਰਗ, ਇੱਕ ਨਿਹੰਗ ਸਿੰਘ ਬਾਣੇਕ ਸੀ ਤੇ ਇੱਕ ਵੈਸੇ ਸਿਰੋਂ ਮੇਰੇ ਵਰਗਾ ਸੀ, ਉਹ ਦੋਨੇ ਖੜੇ ਗੱਲ ਕਰ ਰਹੇ ਆ ਚਿੱਤਰ ਬਾਰੇ। ਬਿਲਕੁਲ ਅਨਪੜ੍ਹ ਬਜ਼ੁਰਗ ਪਿੰਡ ਦੇ, ਉਹ ਇੱਕ ਦੂਜੇ ਨੂੰ ਕਹਿ ਰਿਹਾ, ਤਸਵੀਰ ਦਿਖਾ ਕੇ ਅੰਬਾਨੀ ਬਣਿਆ ਹੋਇਆ ਉੱਤੇ, ਉਹ ਕਹਿੰਦਾ ਨਾ ਆ ਮੋਦੀ ਮਾਦੀ ਤਾਂ ਕੁਛ ਨਹੀਂ, ਆ ਸਾਲੇ ਨਾ ਅੰਬਾਨੀ ਹੋਰੇ, ਇਹ ਜੜ ਹੈ ਅਸਲੀ। ਹੁਣ ਮੇਰੇ ਚਿੱਤਰ ਹੈ ਜਿਹੜੇ, ਮੈਂ ਉਹ ਗਦਾਵੇ ਨਾਲ ਕਹਿੰਦਾ ਕਿ ਉਹ ਜਿਹੜੇ ਲੋਕਾਂ ਲਈ ਬਣੇ ਆ, ਉਹਨਾਂ ਲੋਕਾਂ ਲਈ ਬਣੇ ਆ, ਉਹ ਗਾਂ ਵੇਚ ਕੇ ਉਹਨਾਂ ਤੋਂ ਕੁਝ ਫਾਇਦਾ ਖੱਟਣ ਲਈ ਨਹੀਂ, ਤੇ ਇਸ ਲਈ ਬਣੇ ਆ ਕਿ ਉਹ ਜਾਗ ਕੇ ਸਮਝਣ ਲੱਗ ਜਾਣ ਜੇ ਸਾਡੇ ਨਾਲ ਧੱਕਾ ਹੋ ਰਿਹਾ ਤਾਂ ਉਹਦਾ ਪਿੱਛੇ ਕਾਰਨ ਕੀ ਹੈ, ਹਨਾ। ਇਸ ਗੱਲ ਲਈ ਬਣਾਉਣਾ ਮੈਂ ਤਾਂ। ਮੇਰਾ ਇਹ ਸਵਾਲ ਵੀ ਹੈ ਵੀ ਕੋਈ ਇਹੋ ਜਿਹੀ ਉਦਾਹਰਨ ਹੈ ਕਿਸੇ ਨੇ ਕਿਸੇ ਗਰੀਬ ਤੇ ਪੇਂਟਿੰਗ ਬਣਾਈ ਹੋਵੇ, ਫੋਟੋਗ੍ਰਾਫੀ ਕੀਤੀ ਹੋਵੇ, ਬਹੁਤ ਮਹਿੰਗੀ ਵਿਕੀ ਹੋਵੇ, ਤੇ ਉਹਨੇ ਉੱਥੋਂ ਤੱਕ ਫੇਰ ਉਹ ਪੈਸੇ ਚੋਂ ਅਪਰੋਚ ਕੀਤੀ ਹੋਵੇ। ਈਵਨ ਵੀ ਸੁਣੀਦਾ ਵੀ ਲਾਟਰੀਆਂ ਵੇਚਣ ਵਾਲੇ ਹਨਾ, ਜਦੋਂ ਕਿਸੇ ਨੂੰ ਡਰਾ ਨਿਕਲ ਜਾਂਦਾ ਹੈਗਾ ਤਾਂ ਉਹ ਲਾਟਰੀ ਵਾਲੇ ਨੂੰ ਆਪਦੇ ਡਰਾ ਚੋਂ ਕੁਝ ਹਿੱਸਾ ਦੇ ਕੇ ਜਾਂਦੇ ਆ ਮਜ਼ਦੂਰ ਬੰਦੇ। ਨਹੀਂ, ਇਸ ਤਰ੍ਹਾਂ ਇੱਕ ਉਦਾਹਰਣ ਹੈਗੀ ਹੈ, ਬਹੁਤ ਮਸ਼ਹੂਰ ਹੈ ਉਹ। ਸੋਮਾਲੀਆ ਦੇ ਵਿੱਚ ਕਾਲ ਪਿਆ ਹੋਇਆ ਸੀ ਤੇ ਉੱਥੇ ਇੱਕ ਬੱਚਾ ਸੀ, ਉਹ ਮਰ ਰਿਹਾ ਸੀ ਭੁੱਖ ਨਾਲ, ਤੇ ਉਹ ਐਦਾਂ ਡਿੱਗਿਆ ਹੋਇਆ ਸੀ, ਭੁੱਖ ਨਾਲ ਮਰਦਾ ਬੱਚਾ ਜ਼ਮੀਨ ਦੇ ਉੱਤੇ, ਬਿਲਕੁਲ ਕੰਕਾਲ ਵਰਗਾ ਬਣਿਆ ਹੋਇਆ ਛੋਟਾ ਜਿਹਾ ਬੱਚਾ, ਤੇ ਇੱਕ ਗਿਰਜ ਕੋਲੇ ਬੈਠੀ ਵੇਟ ਕਰ ਰਹੀ ਸੀ ਕਿ ਮਰ ਰਿਹਾ ਤੇ ਮੈਨੂੰ ਖਾਣਾ ਹੈ। ਇੱਕ ਅਮਰੀਕਾ ਦੇ ਫੋਟੋਗ੍ਰਾਫਰ ਨੇ ਉਹਦੀ ਤਸਵੀਰ ਖਿੱਚੀ ਤੇ ਉਹ ਤਸਵੀਰ ਬਹੁਤ ਮਸ਼ਹੂਰ ਹੋਈ, ਉਸ ਫੋਟੋਗ੍ਰਾਫਰ ਨੂੰ ਬਹੁਤ ਮਸ਼ਹੂਰੀ ਮਿਲੀ, ਉਹਦੇ ਨਾਲ ਪੈਸਾ ਵੀ ਮਿਲਿਆ। ਇਹ ਤਾਂ ਉਦਾਹਰਣ ਹੈ, ਪਰ
ਇੱਕ ਦੂਜੀ ਉਦਾਹਰਨ ਹੋਰ ਹੈ ਇਸੇ ਦੀ ਹੋਈ ਕਿ ਉਹ ਸੈਂਸਿਟਿਵ ਇੰਨਾ ਸੀ ਕਿ ਉਹਨੂੰ 6 ਮਹੀਨੇ ਬਾਅਦ ਸੁਸਾਈਡ ਕਰਨੀ ਪਈ, ਇਹ ਸੋਚ ਕੇ ਕਿ ਮੈਂ ਉਹਦੀ ਤਸਵੀਰ ਕੀਤੀ, ਉਹਨੂੰ ਕੁਝ ਹੱਥ ਨਹੀਂ ਫੜਾਇਆ ਆਪਦਾ ਬੱਚੇ ਨੂੰ, ਹਨਾ। ਇਹ ਵੀ ਦੂਜਾ ਪੱਖ ਹੈ ਜੀ। ਅਗਲਾ ਸਵਾਲ ਮੇਰਾ ਫਿਰ ਬਾਈ ਜੀ ਸਿੱਖ ਧਰਮ ਤੇ ਜਿਹੜੀ ਤੁਸੀਂ ਜੀ ਕਰ ਰਹੇ ਹੋ ਬਈ, ਆਪਣੇ ਸਿੱਖ ਧਰਮ ਬਾਰੇ ਜਿਹੜੀਆਂ ਸੋਭਾ ਸਿੰਘ ਵਾਲੀਆਂ ਚਿੱਤਰਾਂ ਦੁੱਧ ਧੋਤੇ ਬਾਬਿਆਂ ਵਾਲੀਆਂ ਫੋਟੋ, ਚਿੱਟੇ ਕੱਪੜੇ ਪਾਏ ਆ, ਉਹ ਜ਼ਿਆਦਾ ਪ੍ਰਚਲਿਤ ਆ। ਤੇ ਤੁਹਾਡੇ ਬਾਰੇ ਮੈਂ ਸੁਣ ਰਿਹਾ ਸੀਗਾ ਵੀ ਤੁਸੀਂ ਜਦੋਂ ਕੰਮ ਕਰ ਰਹੇ ਹੋ ਸਿੱਖ ਧਰਮ ਤੇ ਤਾਂ ਉਹ ਖੰਡੇ ਦਾ ਰੂਪ ਵੀ ਬਦਲ ਕੇ ਆਊਗਾ, ਜਿੰਨਾ ਤੁਸੀਂ ਪੜ੍ਹਿਆ ਵੀ ਖੰਡੇ ਇਹੋ ਜਿਹੇ ਸੀਗੇ। ਕਿਤੇ ਮਨ 'ਚ ਡਰ ਨਹੀਂ ਰਹਿੰਦਾ ਵੀ ਉਹ ਤਸਵੀਰਾਂ ਨੂੰ ਲੋਕ ਸਵੀਕਾਰ ਕਰਨਗੇ ਜਾਂ ਨਹੀਂ ਕਰਨਗੇ? ਇਹ ਹੁੰਦਾ ਬਹੁਤ ਵਾਰੀ ਨਹੀਂ ਵੀ ਕਰਦੇ, ਇੱਕ ਖਾਸ ਤੌਰ ਤੇ ਮੇਰੇ ਸਲੂਕ ਕਰਕੇ ਵੀ, ਕਿਉਂਕਿ ਜਿਵੇਂ ਇੱਧਰ ਸਟਾਲ ਲੱਗੀ ਹੋਈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਾਲਿਆਂ ਦੀ ਜੀ, ਮੈਂ ਇਹਨਾਂ ਤੋਂ ਜਿਵੇਂ ਕਿਤਾਬਾਂ ਦਾ ਪੂਰਾ ਸੈੱਟ ਹੁਣੇ ਦੱਸ ਰਿਹਾ ਸੀ ਬਾਈ ਜੀ ਹੁਣਾਂ ਨੂੰ, ਮੈਂ ਕਿਤਾਬਾਂ ਦਾ ਸੈੱਟ ਇਹਨਾਂ ਤੋਂ ਵੀ ਮੰਗਾਇਆ। ਕੱਲਾ ਇਹਨਾਂ ਦਾ ਨਹੀਂ, ਜਿੰਨਾ ਗੁਰੂ ਗ੍ਰੰਥ ਸਾਹਿਬ ਸਟੀਕ ਜਾਂ ਜਿੰਨੀ ਵੀ ਸਿੱਖ ਇਤਿਹਾਸ ਤੇ ਪਹਿਲਾਂ ਲਿਖੀਆਂ ਹੋਈਆਂ ਕਿਤਾਬਾਂ ਉਹ ਸਾਰੀਆਂ ਲਗਭਗ ਹੈਗੀਆਂ ਮੇਰੇ ਕੋਲੇ। ਮਹਾਰਾਜਾ ਰਣਜੀਤ ਸਿੰਘ ਤੇ ਪੜ੍ਹ ਰਿਹਾ ਸੀ ਤਾਂ ਉਹਨਾਂ ਨਾਲ ਰਿਲੇਟਡ ਜਿੰਨੀਆਂ ਵੀ ਕਿਤਾਬਾਂ ਮੈਨੂੰ ਅਵੇਲੇਬਲ ਹੋਈਆਂ, ਬਾਹਰੋਂ ਇੰਗਲੈਂਡ ਛਪੀਆਂ ਹੋਈਆਂ, ਪਾਕਿਸਤਾਨ ਛਪੀਆਂ ਹੋਈਆਂ, ਉਹ ਪੜ੍ਹ ਰਿਹਾ। ਸਟੱਡੀ ਕਰਕੇ ਕਰੈਕਟਰ ਨੂੰ ਬਣਾਉਣਾ। ਜੇ ਹਰੀ ਸਿੰਘ ਨਲੂਏ ਦਾ ਚਿੱਤਰ ਬਣਾਇਆ ਮੈਂ ਤਾਂ ਉਹ ਜੋ ਨਲੂਆ ਅਸਲ 'ਚ ਦਿਖਦਾ ਹੋਊਗਾ ਉਹਦੇ ਕਾਫੀ ਨੇੜੇ ਹੋਊਗਾ ਚਿੱਤਰ। ਜੇ ਸ਼ਾਮ ਸਿੰਘ ਅਟਾਰੀ ਵਾਲੇ ਦਾ ਬਣਾਇਆ ਤਾਂ ਉਹਨਾਂ ਦੇ ਆਖਰੀ ਸਮੇਂ, ਆਖਰੀ ਜੰਗ ਦਾ ਬਣਾਇਆ, ਉਦੋਂ ਕਿਹੜਾ ਘੋੜਾ ਸੀ ਉਹਨਾਂ ਕੋਲੇ, ਉਹਨਾਂ ਦੇ ਕਿਹੜੇ ਕੱਪੜੇ ਪਾਏ ਸੀ, ਉਹਨਾਂ ਦਾ ਕੀ ਸਰੂਪ ਸੀ, ਉਹਨਾਂ ਦੇ ਦਸਤਾਰ ਕਿੱਦਾਂ ਦੀ ਬੰਨੀ ਸੀ, ਉਹ ਹਰ ਚੀਜ਼ ਸਟੱਡੀ ਕਰਨ ਤੋਂ ਬਾਅਦ ਇੱਥੇ ਤੱਕ ਕਿ ਅੰਗਰੇਜ਼ ਜਿਹਦੇ ਨਾਲ ਲੜੇ ਉਹਦਾ ਕੀ ਨਾਮ ਸੀ, ਉਹਦੀ ਸ਼ਕਲ ਕੀ ਸੀ, ਉਹ ਕੰਪਨੀ ਕਿਹੜੀ ਸੀ, ਉਹਦੀ ਕੀ ਡਰੈਸ ਸੀ, ਤੋਪਾਂ ਕਿਹੜੀਆਂ ਵਰਤੀਆਂ ਗਈਆਂ, ਉਹਦੀ ਕਿੱਦਾਂ ਦੀਆਂ ਦਿਖਦੀਆਂ, ਇੱਥੇ ਤੱਕ ਪਹੁੰਚ ਕੇ ਚਿੱਤਰ ਬਣਾਉਣ ਦੀ ਕੋਸ਼ਿਸ਼ ਕਰਦਾ। ਸਵੀਕਾਰ ਮੈਨੂੰ ਲੱਗਦਾ ਕਰਨਾ ਚਾਹੀਦਾ ਜੀ। ਧੰਨਵਾਦ। ਮੇਰਾ ਇੱਕ ਆਖਰੀ ਸਵਾਲ ਹੈ ਵੀ ਤੁਸੀਂ ਟੋਨੀ ਬਾਸ ਜੀ ਦੇ ਤੋਂ ਥੀਏਟਰ ਸਿੱਖਿਆ ਜੀ ਜੀ, ਤੇ ਅੱਜ ਕੱਲ ਉਹਨਾਂ ਦੀ ਯਾਦ 'ਚ ਮੇਲਾ ਵੀ ਕਰਵਾ ਰਹੇ ਹੋ, ਉਸ ਮੇਲੇ ਬਾਰੇ ਵੀ ਦਰਸ਼ਕਾਂ ਨੂੰ ਕੁਝ ਜਾਣਕਾਰੀ? ਟੋਨੀ ਬਾਤਿਸ਼ ਮੇਰੇ ਨਾਟਕ ਦੇ ਥੀਏਟਰ ਦੇ ਉਸਤਾਦ ਹੈ, ਮੈਂ ਉਹਨਾਂ ਨਾਲ ਕਾਫੀ ਲੰਮਾ ਸਮਾਂ ਨਾਟਕ ਕੀਤਾ, 10-15 ਸਾਲ ਦੇ ਕਰੀਬ। ਤੇ ਉਹਨਾਂ ਦੀ ਅਚਨਚੇਤ ਮੌਤ ਹੋ ਗਈ ਸੀ ਬ੍ਰੇਨ ਹੈਮਰੇਜ ਨਾਲ। ਹੁਣ ਉਹਨਾਂ ਦੀ ਯਾਦ 'ਚ ਅਸੀਂ ਮੇਲਾ ਕਰਾਉਣੇ ਬਠਿੰਡੇ, ਦੋ ਮੇਲੇ ਹੋ ਗਏ, ਤੀਜਾ ਹੁਣ ਨਵੰਬਰ ਦੇ ਵਿੱਚ ਕਰਾਉਣਾ। ਉਹ ਸਾਹਿਤਕ ਮੇਲਾ ਆਪਣੇ ਆਪ 'ਚ ਬਿਲਕੁਲ ਵੱਖਰਾ, ਉਹਦੇ ਵਿੱਚ ਇਸੇ ਤਰ੍ਹਾਂ ਕਾਫੀ ਵੱਡੀ ਪੁਸਤਕਾਂ ਦੀ ਪ੍ਰਦਰਸ਼ਨੀ ਹੁੰਦੀ ਆ, ਨੁੱਕੜ ਨਾਟਕ ਜਗ੍ਹਾ ਜਗ੍ਹਾ ਹੋ ਰਹੇ ਹੁੰਦੇ ਆ, ਪੂਰੇ ਸ਼ਹਿਰ 'ਚ ਨੁੱਕੜ ਨਾਟਕ ਚੱਲਦੇ ਆ ਉਹਨਾਂ ਦਿਨਾਂ 'ਚ। ਫਿਰ ਤੇ ਜਿਵੇਂ ਪਿਛਲੇ ਮੇਲੇ 'ਚ 70 ਦੇ ਕਰੀਬ ਕੱਲੇ ਨੁੱਕੜ ਨਾਟਕਾਂ ਦੇ ਸ਼ੋਅ ਸੀ ਪੂਰੇ ਸ਼ਹਿਰ 'ਚ, ਤੇ 3 ਵੱਡੇ ਨਾਟਕ, ਤਿੰਨੇ ਦਿਨ ਫਿਰ ਸੂਫੀਆਨਾ ਸ਼ਾਮ, ਕਵੀ ਦਰਬਾਰ, ਫਿਲਮ ਫੈਸਟੀਵਲ, ਮਤਲਬ ਜਿਹੜੇ ਕਲਾ ਦੇ ਸਾਰੇ ਪੱਖ ਅਸੀਂ ਛੂਹਣ ਦੀ ਉਹ ਮੇਲੇ 'ਚ ਕੋਸ਼ਿਸ਼ ਕਰਦੇ ਆ। ਤੇ ਸਖਰਾਜ ਹੁਣੀ ਸਾਰੇ ਉਸ ਮੇਲੇ ਦਾ ਪਾਰਟ ਰਹੇ ਨੇ ਤੇ ਕਾਫੀ ਗਹਿਮਾ ਗਹਿਮੀ ਹੁੰਦੀ ਹੈ। ਲੇਖਕ ਪੰਜਾਬ ਭਰ ਦੇ, ਚਿੱਤਰਕਾਰ, ਹੋਰ ਵੱਖ-ਵੱਖ ਫੀਲਡਸ ਵਾਲੇ ਉੱਥੇ ਆਉਂਦੇ ਆ 3 ਦਿਨ ਤੇ ਕਾਫੀ ਮੇਲਾ ਲੱਗਦਾ ਮੇਲੇ 'ਚ। ਮੇਰੇ ਲਈ ਸਵਾਲ ਪੂਰੇ ਆ। ਹੁਣ ਜੇ ਦਰਸ਼ਕਾਂ ਚੋਂ ਕਿਸੇ ਵੀ ਭੈਣ ਦਾ ਸਵਾਲ ਹੋਵੇ, ਦਰਸ਼ਕਾਂ ਨੂੰ ਕੋਈ ਸਵਾਲ? ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ।